ਜੇ ਖੂਹ 'ਚ ਪਾਏ ਸਾਲਾਂ ਦੇ ਹਿਸਾਬ ਨਾਲ ਹੀ ਸੁਖਬੀਰ ਸਿੰਘ ਬਾਦਲ ਗਿਣਤੀ ਕਰਦੇ ਨੇ ਤੇ ਮੈਂ ਤੇ ਆਪਣੀ ਗੱਲ ਕਰਾਂ ਤੇ ਮੈਨੂੰ ਤੇ ਇਸ ਤਰ੍ਹਾਂ ਲੱਗਦਾ ਕਿ ਸਾਡੀ ਤੇ ਸਾਰੀ ਜ਼ਿੰਦਗੀ ਖੂਹ 'ਚ ਪੈ ਗਈ। ਜਿਹੜੇ ਕੱਚੇ ਚਿੱਠੇ ਅੱਜ ਨਿਕਲ ਕੇ ਸਾਹਮਣੇ ਆ ਰਹੇ ਨੇ, ਜਿੰਨੀਆਂ ਸਮੱਸਿਆਵਾਂ ਸੁਖਬੀਰ ਸਿੰਘ ਬਾਦਲ ਗਿਣਾ ਰਹੇ ਨੇ, ਅੱਜ ਜਿੰਨੇ ਮੁੱਦੇ ਉਹਨਾਂ ਨੂੰ ਚੇਤੇ ਆ ਰਹੇ ਨੇ, ਇਹ ਪਿਛਲੇ ਸਾਲਾਂ ਵਿੱਚ ਕਿੱਥੇ ਸੀ? ਕਿੰਨੇ ਮੁਲਕ ਨੇ ਦੁਨੀਆ ਦੇ ਵਿੱਚ, ਕਿੰਨੇ ਖਿੱਤੇ ਨੇ ਜਿੱਥੇ ਜ਼ਮੀਨ ਦੇ ਵਿੱਚ ਮੋਰੀ ਕਰਕੇ ਪਾਣੀ ਕੱਢ ਕੇ ਤੁਸੀਂ ਸਿੱਧਾ ਮੂੰਹ ਨੂੰ ਲਾ ਕੇ ਪੀ ਸਕਦੇ ਹੋ। ਨੌਜਵਾਨ ਸੀ ਨਸ਼ਿਆਂ ਤੇ ਲੱਗ ਗਏ, ਲੜਕੀਆਂ ਲੜਕੇ, ਐਜੂਕੇਸ਼ਨ ਸਿਸਟਮ ਦਾ ਪੱਠਾ ਬਹਿ ਗਿਆ, ਮੈਡੀਕਲ ਸਿਸਟਮ ਦਾ ਪੱਠਾ ਬਹਿ ਗਿਆ। ਤੁਸੀਂ ਸਟੇਜ ਤੇ ਖੜੇ ਹੋ ਕੇ ਫੇਰ ਆਖ ਰਹੇ ਹੋ ਕਿ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਮਾਮਲੇ ਵਿੱਚ ਕੇਜਰੀਵਾਲ ਰਾਹ ਦਾ ਰੋੜਾ ਹੈ। ਭਾਈ ਤੁਹਾਡੇ ਕੋਲ ਤੇ ਦਿੱਲੀ ਵਿੱਚ ਵੀ ਭਾਜਪਾ ਦੀ ਸਰਕਾਰ ਸੀ। ਕਦੇ ਆਮ ਤੌਰ ਤੇ ਨਾਮ ਪ੍ਰੋਨਾਂਸ ਕਰਨ ਦੀ ਗੱਲ ਹੈ ਨਾ, ਤੁਸੀਂ ਮੇਰਾ ਨਾਂ ਕੁਲਦੀਪ ਸਿੰਘ ਪ੍ਰੋਨਾਂਸ ਕਰਦੇ ਹੋ, ਠੀਕ ਹੈ, ਕਦੇ ਲਾ ਲੈਂਦੇ ਹੋ ਸਿੰਘ, ਕਦੇ ਨਹੀਂ ਲਾਉਂਦੇ ਹੋ। ਸੁਖਬੀਰ ਨੂੰ ਤੇ ਆਮ ਹੀ ਲੋਕੀ ਸੁਖਬੀਰ ਬਾਦਲ ਆਖਦੇ ਨੇ। ਮੁੱਖ ਮੁਕਾਬਲਾ ਜਿਹੜਾ ਹੈ ਉਹ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਕਾਰ ਰਹੇਗਾ। ਸਿਮਰਨਜੀਤ ਸਿੰਘ ਮਾਨ ਦੌੜ ਦੇ ਵਿੱਚ ਹਨ। 8 ਸ਼ਾਰਪ ਸ਼ੂਟਰ ਪਛਾਣੇ ਸੀ। ਹੁਣ ਅਜੇ ਤੱਕ ਪੁਲਿਸ ਨੇ ਇਹ ਡਾਇਵਲਜ ਨਹੀਂ ਕੀਤੀ ਇਨਫੋਰਮੇਸ਼ਨ ਕਿ ਕੀ ਉਹ ਸ਼ਾਰਪ ਸ਼ੂਟਰ ਜਿਨ੍ਹਾਂ ਨੂੰ ਕਹਿੰਦੇ ਨੇ ਇਹ ਵੈਸੇ ਹੀ ਉਹ ਇਹੋ ਜਿਹੇ ਕੰਮ ਦੇ ਵਿੱਚ ਸ਼ਾਮਲ ਨੇ ਤੇ ਤਾਂ ਉਹਨਾਂ ਨੂੰ ਸ਼ਾਰਪ ਸ਼ੂਟਰ ਕਹਿੰਦੇ ਨੇ, ਜਾਂ ਉਹ ਇਸ ਸ਼ੂਟਿੰਗ ਦੇ ਵਿੱਚ ਸ਼ਾਮਲ ਸੀ ਤੇ ਤਾਂ ਉਹਨਾਂ ਨੂੰ ਸ਼ਾਰਪ ਸ਼ੂਟਰ ਆਖਿਆ ਜਾਂਦਾ। ਜਿਹੜੀ ਚਿੱਠੀ ਤੁਹਾਨੂੰ ਪਹਿਲਾਂ ਭੇਜੀ ਸੀ, ਜੇ ਉਸ ਤੇ ਕਾਰਵਾਈ ਹੋ ਜਾਂਦੀ ਤਾਂ ਇਹ ਦੁਰਘਟਨਾ, ਇਹ ਜਿਹੜਾ ਮਾੜਾ ਕੰਮ ਹੋਇਆ, ਇਹ ਹੋਣ ਤੋਂ ਬਚ ਸਕਦਾ। ਤਰੱਕੀਆਂ ਵਾਸਤੇ ਕਿਸੇ ਮੁਲਕ ਵਿੱਚ ਗਏ ਹੋਈਏ ਤੇ ਕੋਈ ਮਰਨਾ ਨਹੀਂ ਚਾਹੁੰਦਾ ਇੱਥੇ। ਇਹ ਹਾਲਾਤ ਇਹੋ ਜਿਹਾ ਕਿਉਂ ਬਣ ਰਹੇ ਨੇ? ਇਹ ਨੌਜਵਾਨ ਬੱਚੇ ਸਾਡੇ ਕਿਉਂ ਇੱਧਰ ਨੂੰ ਜਾ ਰਹੇ ਨੇ? ਧਰਮਸੋਤ ਸਾਹਿਬ ਨੇ ਮੌਨ ਧਾਰਿਆ ਹੋਇਆ, ਚੁੱਪ ਨੇ। ਹਾਲਾਤ ਸਭ ਤੋਂ ਵੱਧ ਇਹਨਾਂ 4 ਜ਼ਿਲ੍ਹਿਆਂ ਦੇ ਵਿੱਚ ਹੈ, ਰੋਪੜ, ਨਵਾਂਸ਼ਹਿਰ, ਹੁਸ਼ਿਆਰਪੁਰ, ਪਠਾਨਕੋਟ। ਇਹਨਾਂ ਜ਼ਿਲ੍ਹਿਆਂ 'ਚ DFO ਲੱਗਣ ਵਾਸਤੇ 10 ਤੋਂ 20 ਲੱਖ ਰੁਪਏ ਦੀ ਬੋਲੀ ਲੱਗਦੀ ਸੀ। ਪਿੰਡ ਦਾ ਸਰਪੰਚ ਇੱਕ ਪੁਲਿਸ ਅਫਸਰ ਨੂੰ ਫੋਨ ਕਰਦਾ ਹੈ ਕਿ ਆਹ ਦੇਖੋ ਜੀ ਸਾਡੇ ਪਿੰਡ ਮਾਈਨਿੰਗ ਹੋ ਰਹੀ ਹੈ ਰਾਤ ਨੂੰ ਇਸ ਵੇਲੇ, ਤੂੰ ਕੌਣ ਹੋਏ, ਮੈਂ ਪਰਚਾ ਕਰੂੰ ਤੇਰੇ ਤੇ, ਤੂੰ ਮੈਨੂੰ ਰਾਤ ਨੂੰ ਫੋਨ ਕਿੱਦਾਂ ਕੀਤਾ? ਜਿਹੜੀਆਂ ਬੱਸਾਂ ਦਾ ਨਾਮ ਲੈ ਕੇ ਪੋਲੀਟਿਕਸ ਹੋਈ, ਚੱਲੀ ਤੇ ਚੱਲ ਰਹੀ ਹੈ ਜੀ, ਉਹਨਾਂ ਦੇ ਕੰਮ ਦੇ ਵਿੱਚ ਕੋਈ ਰੁਕਾਵਟ ਨਹੀਂ ਪਈ। ਰੋਜ਼ ਦੇ ਔਨ ਐਨ ਐਵਰੇਜ 2, 4, 6 ਅਫਸਰ ਸਸਪੈਂਡ ਹੋ ਰਹੇ ਨੇ। ਇੰਨੇ ਗਲਤ ਕੰਮ ਹੋਏ ਨੇ। ਇਸ ਗੱਲ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ ਕਿ ਲੁੱਟਿਆ ਪੁੱਟਿਆ ਗਿਆ ਪੰਜਾਬ ਨੂੰ। ਸਤਿ ਸ਼੍ਰੀ ਅਕਾਲ। ਪੰਜਾਬੀ ਨੈਸ਼ਨਲ ਟੀਵੀ ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ। ਪ੍ਰੋਗਰਾਮ ਹੈ ਜੀ ਵਿਚਾਰ ਚਰਚਾ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਦੇ ਹੁੰਦੇ ਹਾਂ ਪੰਜਾਬ ਦੀ ਸਿਆਸਤ ਦੀ, ਆਸ-ਪਾਸ ਦੀਆਂ ਘਟਨਾਵਾਂ ਦੀ, ਤੇ ਕੋਸ਼ਿਸ਼ ਸਾਡੀ ਇਹ ਰਹਿੰਦੀ ਹੈ ਕਿ ਸਹੀ ਗਲਤ ਦੇ ਵਿੱਚ ਤਵਾਜ਼ਨ ਰੱਖ ਕੇ ਇੱਕ ਸਟੀਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਸਕੀਏ। ਤੇ ਇਸ ਪ੍ਰੋਗਰਾਮ 'ਚ ਅਕਸਰ ਮੇਰਾ ਸਾਥ ਦਿੰਦੇ ਨੇ ਕੁਲਦੀਪ ਸਿੰਘ ਹੀਰ ਜੀ। ਸਤਿ ਸ਼੍ਰੀ ਅਕਾਲ ਕੁਲਦੀਪ ਜੀ, ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸੋਹਣੇ। ਅੱਜ ਦੇ ਪ੍ਰੋਗਰਾਮ ਲਈ ਮੁੱਦੇ ਤਾਂ ਬਹੁਤ ਨੇ, ਪਰ ਮੇਰਾ ਇਰਾਦਾ ਵੀ ਸ਼ੁਰੂਆਤ ਜਿਹੜੀ ਹੈ ਉਹ ਸੰਗਰੂਰ ਜ਼ਿਮਨੀ ਚੋਣ ਤੋਂ ਕਰ ਲਈਏ। ਗੱਲ ਕਰਦੇ ਹਾਂ ਸੁਖਬੀਰ ਸਿੰਘ ਬਾਦਲ ਦੀ ਤੇ ਸਿਮਰਨਜੀਤ ਸਿੰਘ ਮਾਨ ਦੀ। ਸਿਮਰਨਜੀਤ ਮਾਨ ਕਹਿੰਦੇ ਨੇ ਵੀ ਮੈਂ ਅਕਾਲੀਆਂ ਦੇ ਨਾਲ ਰਲੇਵਾਂ ਕਰਕੇ ਬੇੜਾ ਥੋੜ੍ਹੀ ਆਪਣਾ ਗਰਕ ਕਰਨਾ ਸੀ, ਤੇ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਕਿ ਜਿਹੜੇ 5 ਸਾਲ ਪਿਛਲੇ ਸੀ ਉਹ ਵੀ ਖੂਹ 'ਚ ਪੈ ਗਏ, ਤੇ ਜਿਹੜੇ 5 ਸਾਲ ਹੁਣ ਆਮ ਆਦਮੀ ਪਾਰਟੀ ਦੇ ਨੇ ਉਹ ਵੀ ਖੂਹ 'ਚ ਪੈਣੇ ਨੇ। ਕਹਿਣਾ ਕੀ ਚਾਹੁੰਦੇ ਨੇ ਉਹ ਦੋਵੇਂ? ਜੇ ਖੂਹ 'ਚ ਪਾਏ ਸਾਲਾਂ ਦੇ ਹਿਸਾਬ ਨਾਲ ਹੀ ਸੁਖਬੀਰ ਸਿੰਘ ਬਾਦਲ ਗਿਣਤੀ ਕਰਦੇ ਨੇ ਤੇ ਮੈਂ ਤੇ ਆਪਣੀ ਗੱਲ ਕਰਾਂ ਤੇ ਮੈਨੂੰ ਤੇ ਇਸ ਤਰ੍ਹਾਂ ਲੱਗਦਾ ਕਿ ਸਾਡੀ ਤੇ ਸਾਰੀ ਜ਼ਿੰਦਗੀ ਖੂਹ 'ਚ ਪੈ ਗਈ ਹੈ। ਜੋ ਇੱਥੇ ਹੋਇਆ ਹੈ ਪੰਜਾਬ ਨਾਲ, ਬਹੁਤਾ ਪਿੱਛੇ ਨਾ ਵੀ ਜਾਈਏ ਤੇ 30 ਸਾਲ ਦਾ ਹਿਸਾਬ ਕਿਤਾਬ ਤੇ ਲਾਈਏ ਨਾ, 15 ਉਹ ਤੇ 15 ਉਹ, ਸਾਰਿਆਂ ਨੂੰ ਪਤਾ ਹੈ ਹੋਇਆ ਕੀ ਹੈ ਸਾਡੇ ਨਾਲ। ਜਿਹੜੇ ਕੱਚੇ ਚਿੱਠੇ ਅੱਜ ਨਿਕਲ ਕੇ ਸਾਹਮਣੇ ਆ ਰਹੇ ਨੇ, ਜਿੰਨੀਆਂ ਸਮੱਸਿਆਵਾਂ ਸੁਖਬੀਰ ਸਿੰਘ ਬਾਦਲ ਗਿਣਾ ਰਹੇ ਨੇ, ਅੱਜ ਜਿੰਨੇ ਮੁੱਦੇ ਉਹਨਾਂ ਨੂੰ ਚੇਤੇ ਆ ਰਹੇ ਨੇ, ਇਹ ਪਿਛਲੇ ਸਾਲਾਂ ਵਿੱਚ ਕਿੱਥੇ ਸੀ? 15 ਸਾਲ ਥੋੜੇ ਨਹੀਂ ਹੁੰਦੇ ਜੀ। 10 ਸਾਲ ਲਗਾਤਾਰ ਤੇ 5 ਸਾਲ ਪਹਿਲਾਂ 97 ਤੋਂ 2002 ਹੈ ਕੋਈ ਹਿਸਾਬ ਕਿਤਾਬ? ਪਿਛਲੇ 5 ਸਾਲਾਂ ਦਾ ਉਹਨਾਂ ਨੂੰ ਖੂਬ ਚੇਤਾ। ਉਹ ਕਹਿੰਦੇ ਗਾਂਹ ਵਾਲੇ ਵੀ ਸਾਡੇ ਖੂਹ 'ਚ ਪੈ ਜਾਣੇ ਨੇ। ਪਤਾ ਨਹੀਂ ਕਿਹੜਾ ਉਹਨਾਂ ਕੋਲ ਜੰਤਰੀ ਹੈ, ਕਿਹੜਾ ਉਹਨਾਂ ਨੇ ਇੱਕ ਕੋਈ ਇਹੋ ਜਿਹਾ ਕੰਪਿਊਟਰ ਦੇਖ ਲਿਆ ਜਿੱਥੇ ਲਿਖਿਆ ਹੋਇਆ ਕਿ 5 ਸਾਲ ਖੂਹ 'ਚ ਪੈ ਜਾਣੇ ਨੇ। ਪੰਜਾਬ ਦੀ ਕਿਸਮਤ ਪੜ੍ਹਨ ਵਾਲੇ ਤੇ ਲਿਖਣ ਵਾਲਿਆਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਆਪਣੇ ਆਪ ਨੂੰ ਨਾ ਗਿਣਨ। ਪੰਜਾਬ ਨੇ ਆਪਣੀ ਚਾਲੇ ਚੱਲਦਾ ਰਹਿਣਾ। ਬੜੀਆਂ ਤੰਗੀਆਂ ਤੁਰਸ਼ੀਆਂ ਔਰ ਵਿਦੇਸ਼ੀ ਹਮਲਾਵਰਾਂ ਦੇ ਹਮਲੇ ਅੱਜ ਦੇ ਨਹੀਂ, ਸਦੀਆਂ ਪੁਰਾਣੇ ਚੱਲੇ ਨੇ ਇਸ ਧਰਤੀ ਨੇ। ਅੱਜ ਜਿਹੜੇ ਮਸਲੇ ਨੇ ਇਹ ਤੇ ਨਿਗੂਣੇ ਮਸਲੇ ਨੇ। ਜੇ ਪੰਜਾਬ ਵਿੱਚ ਸਾਰਾ ਕੁਝ ਸਹੀ ਹੋ ਕੇ ਚੱਲ ਪਵੇ ਤੇ ਸਾਨੂੰ ਤੇ ਕਿਸੇ ਦੀ ਲੋੜ ਹੀ ਨਹੀਂ। ਕਿਹੜੀ ਚੀਜ਼ ਨਹੀਂ ਹੈ?
ਕਿੰਨੇ ਮੁਲਕ ਨੇ ਦੁਨੀਆ ਦੇ ਵਿੱਚ, ਕਿੰਨੇ ਖਿੱਤੇ ਨੇ ਜਿੱਥੇ ਜ਼ਮੀਨ ਦੇ ਵਿੱਚ ਮੋਰੀ ਕਰਕੇ ਪਾਣੀ ਕੱਢ ਕੇ ਤੁਸੀਂ ਸਿੱਧਾ ਮੂੰਹ ਨੂੰ ਲਾ ਕੇ ਪੀ ਸਕਦੇ ਹੋ। ਗੰਧਲਾ ਕਰ ਦਿੱਤਾ ਪੰਜਾਬ ਸਾਡਾ, ਆਬੋ ਹਵਾ ਖਰਾਬ ਹੋ ਗਈ, ਔਰ ਇੱਥੇ ਦੇ ਰਿਸੋਰਸਿਸ ਜਿਹੜੇ ਖਾਲ ਹੈ, ਬੱਚੇ ਨੌਜਵਾਨ ਸੀ ਨਸ਼ਿਆਂ ਤੇ ਲੱਗ ਗਏ, ਲੜਕੀਆਂ ਲੜਕੇ। ਐਜੂਕੇਸ਼ਨ ਸਿਸਟਮ ਦਾ ਪੱਠਾ ਬਹਿ ਗਿਆ, ਮੈਡੀਕਲ ਸਿਸਟਮ ਦਾ ਪੱਠਾ ਬਹਿ ਗਿਆ, ਸਾਡੇ ਨੌਜਵਾਨਾਂ ਨੇ ਵਿਦੇਸ਼ਾਂ ਨੂੰ ਮੂੰਹ ਕਰ ਲਿਆ। ਕਿਉਂ ਹੋਇਆ ਅਜਿਹਾ? ਹੁਣ ਗੱਲ ਕਰਦੇ ਹਾਂ ਜ਼ਿਮਨੀ ਚੋਣ ਦੀ। ਇੱਥੇ ਉਹਨਾਂ ਨੂੰ ਮੁੱਦੇ ਚੇਤੇ ਆ ਗਏ ਨੇ, ਔਰ ਸਾਰਾ ਉਹਨਾਂ ਨੇ ਇੱਕ ਜਿਹੜਾ ਨਾ, ਜਿਵੇਂ ਕਹਿੰਦੇ ਨੇ ਕਿ ਪੇੜ ਬੰਨਿਆ ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਤੇ ਅਕਾਲ ਤਖਤ ਸਾਹਿਬ ਤੋਂ। ਬਿਲਕੁਲ। ਉੱਥੋਂ ਮੁੱਦੇ ਚੇਤੇ ਕਰਾਉਣੇ ਸ਼ੁਰੂ ਕੀਤੇ। ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਪੰਥਕ ਇਕੱਤਰਤਾ। ਇਸ ਤਰ੍ਹਾਂ ਤੇ ਜੇ ਪੰਥਕ ਇਕੱਤਰਤਾ ਦੀ ਗੱਲ ਕਰਦੇ ਆ, ਇਹਦੇ ਨਾਲੋਂ ਕਿਤੇ ਵੱਡਾ ਸਮਾਗਮ ਤੇ ਸਰਬੱਤ ਖਾਲਸਾ 96 ਦੇ ਵਿੱਚ ਹੋਇਆ ਸੀ। ਫਿਰ ਉਹਨਾਂ ਦੀ ਜ਼ਿਆਦਾ ਮੰਨਣੀ ਚਾਹੀਦੀ ਸੀ। ਉਸ ਵਿੱਚ ਤੇ ਜਿਹੜੇ ਇਸ ਵੇਲੇ ਦੇ ਜਥੇਦਾਰ ਨੇ ਮੌਜੂਦਾ, ਭਾਵੇਂ ਉਹ ਕਾਰਜਕਾਰੀ ਹੈ ਜਾਂ ਪੱਕੇ ਨੇ ਜਾਂ ਕੁਝ ਵੀ ਨਹੀਂ, ਉਹਨਾਂ ਸਾਰਿਆਂ ਨੂੰ ਨਕਾਰ ਕੇ ਆਪਣੇ ਮੁਤਵਾਜ਼ੀ ਜਿਹੜੇ ਸੀ ਐਲਾਨੇ ਹੋਏ ਸੀ। ਮਾਨਤਾ ਕਿਹਦੀ ਹੈ? ਸੁਖਬੀਰ ਸਿੰਘ ਬਾਦਲ ਉਸ ਗੱਲ ਦਾ ਪਹਿਲਾਂ ਨਿਤਾਰਾ ਜ਼ਰੂਰ ਕਰ ਲੈਣ। ਫਿਰ ਵੀ ਉਹ ਧਿਰਾਂ ਨੂੰ ਉਹਨਾਂ ਨੇ ਇਕੱਠਿਆਂ ਕਰ ਲਿਆ ਜਿਨ੍ਹਾਂ ਨਾਲ ਉਹ ਕਦੇ ਬਰਾਬਰ ਬੈਠੇ ਨਹੀਂ ਸੀ ਦੇਖੇ ਗਏ, ਜਿਨ੍ਹਾਂ ਨਾਲ ਗੱਲ ਕਰ ਰਹੇ ਪੰਥਕ ਮੁੱਦਿਆਂ ਦੀ। ਤੇ ਪੰਥਕ ਮੁੱਦੇ ਤੁਹਾਨੂੰ ਨਹੀਂ ਲੱਗਦਾ ਵੀ ਥੋੜੇ ਕੁ ਦਿਨਾਂ ਤੋਂ ਠੰਡੇ 'ਚ ਪੈ ਗਏ ਨੇ? ਉਹ 13 ਮੈਂਬਰੀ ਕਮੇਟੀ ਵੀ ਪਤਾ ਨਹੀਂ ਕਿੱਥੇ ਚਲੇਗੀ। ਉਹ ਠੰਡੇ ਪੈਣੇ ਸੀ। ਉਹ ਪੰਥਕ ਮੁੱਦੇ ਜਿਹੜੇ ਸੀ, ਉਹ ਜਿਹੜਾ ਉਸ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦਾ ਇੱਕ ਮੁੱਦਾ ਸੀ ਨਾ, 13 ਮੈਂਬਰੀ ਕਮੇਟੀ ਦਾ ਇੱਕੋ ਮੁੱਦੇ ਤੇ ਇਕੱਠੇ ਕੀਤਾ ਗਿਆ ਸੀ। ਕਿਸਾਨ ਕਹਿੰਦੇ ਸੀ ਕਿ ਸਾਡੇ ਜਿਹੜੇ ਨੇ, ਜਿਹਦੇ ਭਾਵੇਂ 32-33 ਜਥੇਬੰਦੀਆਂ ਐ ਸਕੀਮ ਦੇ ਥੱਲੇ, ਪਰ ਅਸੀਂ ਇੱਕ ਮੁੱਦੇ ਤੇ ਇਕੱਠੇ ਆ ਕਿ 3 ਬਿੱਲ ਵਾਪਸ ਕਰਾਉਣੇ ਨੇ। ਉਹ ਹੋ ਗਏ। ਨਿਸ਼ਾਨਾ ਇੱਕ ਸੀ। ਚਾਹੇ ਕਿਸੇ ਨੇ ਬਾਅਦ ਵਿੱਚ ਰਾਜਨੀਤੀ ਕੀਤੀ, ਕਿਸੇ ਨੇ ਕੁਛ ਕੀਤਾ, ਬਾਅਦ ਦੀਆਂ ਗੱਲਾਂ ਨੇ, ਉਸ ਵੇਲੇ ਨਿਸ਼ਾਨਾ ਇੱਕ ਸੀ। ਕਿ ਇਹਨਾਂ 13 ਦਾ ਨਿਸ਼ਾਨਾ ਇੱਕ ਸੀ। ਬਲਜੀਤ ਸਿੰਘ ਦਾਦੂਵਾਲ ਤੇ ਪਹਿਲਾਂ ਪਿੱਛੇ ਹਟ ਗਿਆ ਕਿ ਜਿਸ ਕਮੇਟੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੈ ਉਹਨੂੰ ਹਟਾ ਦਿਓ ਇੱਥੋਂ। ਉਹਨਾਂ ਨੇ ਇਹ ਨਹੀਂ ਕਿਹਾ ਕਿ ਮੈਂ ਹਟਣਾ ਚਾਹੁੰਦਾ ਉੱਥੋਂ, ਕਿ ਸੁਖਬੀਰ ਬਾਦਲ ਨੂੰ ਕੱਢ ਦਿਓ। ਖੈਰ ਹਰਜਿੰਦਰ ਸਿੰਘ ਧਾਮੀ ਤੇ 2-3 ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਦਿੱਲੀ ਤੋਂ ਹੋਰ ਲੋਕਲ ਆਗੂ, ਸਿਮਰਨਜੀਤ ਸਿੰਘ ਮਾਨ ਬੜੇ ਇੰਟਰਸਟਿੰਗ ਉਸ ਦੇ ਵਿੱਚ ਕਰੈਕਟਰ ਵਜੋਂ ਉੱਭਰ ਕੇ ਸਾਹਮਣੇ ਆਏ। ਸਾਰਿਆਂ ਨੂੰ ਲੱਗਾ ਕਿ 2 ਧਿਰਾਂ ਦੀ ਹੁਣ ਸਹਿਮਤੀ ਬਣ ਰਹੀ ਹੈ, ਜਿਨ੍ਹਾਂ ਦੀ ਇਕੱਠਿਆਂ ਦੀ ਕਦੀ ਫੋਟੋ ਵੀ ਨਹੀਂ ਵੇਖੀ ਗਈ। ਬਹੁਤ ਘੱਟ ਹੋਵੇਗਾ। ਤੇ ਉਹ ਕਹਿੰਦੇ ਜੇ ਗੋਡੀ ਹੱਥ ਲਾਇਆ ਮੈਂ ਸਿਮਰਨਜੀਤ ਸਿੰਘ ਮਾਨ ਦੇ। ਕੋਈ ਕਹਿੰਦਾ ਕਿ ਉਹਨਾਂ ਦਾ ਨਾਮ ਬਾਅਦ ਵਿੱਚ ਲਿਆ, ਪਰ ਮੈਂ ਉਸ ਨੂੰ ਗੌਰ ਨਾਲ ਸੁਣਿਆ, ਉਸ ਇਕੱਤਰਤਾ ਨੂੰ। ਉਹ ਉਹਨਾਂ ਨੇ ਇਸ ਕਰਕੇ ਲਿਆ ਕਿ ਮੈਂ ਸਾਰਿਆਂ ਦਾ ਨਾਮ ਹੁਣ ਲੈ ਲਿਆ ਤੇ ਮੈਂ ਸਿਮਰਨਜੀਤ ਸਿੰਘ ਮਾਨ ਦਾ ਨਾਮ ਅਲੱਗ ਤੋਂ ਲਵਾਂ, ਕਿਉਂਕਿ ਇਹਨਾਂ ਨੂੰ ਸਭ ਤੋਂ ਵੱਧ ਇੰਪੋਰਟੈਂਸ ਹੈ। ਤੇ ਮੁੱਦਾ ਅਖੀਰ ਕਿੱਥੇ ਆ ਗਿਆ? ਸੰਗਰੂਰ ਚੋਣ। ਪੰਥਕ ਰਿਹਾਈ ਦਾ ਮੁੱਦਾ ਖਟਾਈ ਵਿੱਚ ਪੈਣ ਲੱਗ ਪਿਆ ਹੌਲੀ ਹੌਲੀ ਬੰਦੀ ਸਿੰਘਾਂ ਦਾ। ਦਾਦੂਵਾਲ ਸਾਹਿਬ ਪਰੇ ਹੋ ਗਏ, ਚੁੱਪਚਾਪ ਹੋ ਗਈ ਗੱਲ। ਚਿੱਠੀ ਇੱਕ ਅਮਿਤ ਸ਼ਾਹ ਨੂੰ ਲਿਖ ਦਿੱਤੀ, ਉਹਨੂੰ ਲਿਖਤੀ। ਚਿੱਠੀਆਂ ਤੇ ਲਿਖਣੀਆਂ ਬੜੀਆਂ ਸੌਖੀਆਂ ਨੇ, ਕੋਈ ਰਣਨੀਤੀ ਉਡੀਕਣੀ ਸੀ, ਕਹਿੰਦੇ ਮੋਰਚਾ ਲਾਉਣਾ ਸੀ, ਮੋਰਚੇ ਵਾਲੀ ਗੱਲ ਤੇ ਅਜੇ ਕੋਈ ਨਹੀਂ। ਖੈਰ ਜ਼ਿਮਨੀ ਚੋਣ ਉਡੀਕੀ ਜਾ ਰਹੀ ਹੈ। ਭਗਵੰਤ ਮਾਨ ਦੇ ਅਸਤੀਫਾ ਦੇਣ ਨਾਲ ਖਾਲੀ ਹੋਈ ਹੈ ਤੇ ਆਵਾਜ਼ ਉੱਠੀ ਕਿ ਰਾਤਾਂ ਨੂੰ ਮੀਟਿੰਗਾਂ ਹੋਈਆਂ। 9-9:30 ਵਜੇ ਸਿਮਰਨਜੀਤ ਸਿੰਘ ਮਾਨ ਸਿਆਣੀ ਉਮਰ ਦੇ ਨੇ, ਸ਼ਾਇਦ ਬਹੁਤਾ ਲੇਟ ਨਾ ਜਾਗਦੇ ਹੋਣ, ਪਰ ਉਹਨਾਂ ਨੂੰ ਮਿਲ ਕੇ ਆਏ ਸੁਖਬੀਰ। ਅੱਧਾ ਘੰਟਾ ਗੱਲਬਾਤ ਕੀਤੀ ਉਹਨਾਂ ਦੇ ਗ੍ਰਹਿ ਵਿੱਚ ਤੇ ਫਿਰ ਨਿਕਲਿਆ ਕੁਝ ਨਹੀਂ। ਤੇ ਅਗਲਾ ਦਿਨ ਚੜ੍ਹਦਾ ਤੇ ਸਿਮਰਨਜੀਤ ਸਿੰਘ ਮਾਨ ਆਪਣੇ ਕਾਗਜ਼ ਦਾਖਲ ਕਰਦੇ ਨੇ। ਸਾਰੀਆਂ ਕਿਆਸਰਾਈਆਂ ਤੇ ਪਾਣੀ ਪੈ ਜਾਂਦਾ। ਅਕਾਲੀ ਦਲ ਕੋਲ ਕੋਈ ਆਪਸ਼ਨ ਨਹੀਂ ਬਚਦੀ ਤੇ ਕੁਝ ਜਥੇਬੰਦੀਆਂ ਜਿਹੜੀਆਂ ਹਨ ਆਪਣੇ ਤੌਰ ਤੇ ਕਮਲਦੀਪ ਕੌਰ ਰਾਜੋਆਣਾ ਦੇ ਕੋਲ ਜਾਂਦੀਆਂ ਨੇ ਕਿ ਅਸੀਂ ਤੁਹਾਨੂੰ ਚਾਹੁੰਦੇ ਹਾਂ ਕਿ ਤੁਹਾਨੂੰ ਅਸੀਂ ਉਮੀਦਵਾਰ ਵਜੋਂ ਖੜੇ ਕਰ ਦਈਏ। ਵਿੱਚ ਕਾਂਗਰਸ ਪਾਰਟੀ ਨੇ ਆਪਣੀ ਜਿਹੜੀ ਸੀ ਪੋਲਿਟਿਕਸ ਚਲਾਉਣ ਦੀ ਕੋਸ਼ਿਸ਼ ਕੀਤੀ, ਭਾਵੇਂ ਹੁਣ ਮੁੱਕਰ ਜਾਣ, ਜੋ ਮਰਜ਼ੀ ਕਹਿ ਲੈਣ। ਸਰਦਾਰਾ ਸਿੰਘ ਜੌਹਲ ਦਾ ਨਾਮ ਲਾ ਦੇਣ ਕਿ ਪਹਿਲਾਂ ਉਹਨਾਂ ਨੇ ਨਾਮ ਲਿਆ, ਪਹਿਲਾਂ ਉਹਨੇ ਕਿਹਾ ਸੀ, ਪਰ ਰਾਜਾ ਵੜਿੰਗ ਪ੍ਰਤਾਪ ਸਿੰਘ ਬਾਜਵਾ ਤੇ 1-2 ਹੋਰਨਾਂ ਨੇ ਗੱਲ ਕੀਤੀ ਹੈ ਕਿ ਇਹ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਨੂੰ ਇੱਥੋਂ ਟਿਕਟ ਜਿਹੜੀ ਹੈ ਦੇ ਦਿੱਤੀ ਜਾਵੇ ਤੇ ਉਹਨਾਂ ਨੂੰ ਸਾਂਝੇ ਉਮੀਦਵਾਰ ਵਜੋਂ ਜਿਤਾ ਕੇ ਭੇਜਿਆ ਜਾਵੇ ਤਾਂ ਇਹ ਬਹੁਤ ਵਧੀਆ ਗੱਲ ਹੋਵੇਗੀ। ਪਤਾ ਨਹੀਂ ਉਹਨਾਂ ਦੀ ਮਨਸ਼ਾ ਕੀ ਸੀ, ਪਰ ਮੈਨੂੰ ਜੋ ਹੁਣ ਤੱਕ ਸਮਝ ਆ ਰਿਹਾ ਉਹ ਸਿਰਫ ਰਾਜਨੀਤਿਕ ਮਨਸ਼ਾ ਹੀ ਦੋਨਾਂ ਮੁੱਦਿਆਂ ਦੇ ਵਿੱਚ, ਉਹ ਸੁਖਬੀਰ ਸਿੰਘ ਬਾਦਲ ਦੀ ਪੰਥਕ ਇਕੱਤਰਤਾ ਤੇ ਸਰਦਾਰ ਬਲਕੌਰ ਸਿੰਘ ਨੂੰ ਲਿਆਉਣ ਦੇ ਵਿੱਚ। ਉਹ ਚੰਗਾ ਹੋਇਆ ਪਰਮਾਤਮਾ ਨੇ ਸਮੱਤ ਉਹਨਾਂ ਨੂੰ ਬਖਸ਼ੀ ਤੇ ਉਹਨਾਂ ਨੇ ਆਪਣੇ ਆਪ ਹੀ ਉਸ ਕਿਆਸਰਾਈਆਂ ਤੇ ਮਿੱਟੀ ਪਾ ਦਿੱਤੀ ਕਿ ਬੰਦ ਕਰੋ ਇਹ ਕੰਮ, ਮੇਰੇ ਪੁੱਤਰ ਦਾ ਸੇਵਾ ਠੰਡਾ ਹੋਣ ਦਿਓ। ਚਲੋ ਹੁਣ ਅੱਗੇ ਚੱਲਦੇ ਹਾਂ। ਕਮਲਦੀਪ ਕੌਰ ਰਾਜੋਆਣਾ ਵਾਲੇ ਜਿਹੜੀਆਂ ਜਥੇਬੰਦੀਆਂ ਪਹਿਲਾਂ ਗਈਆਂ ਸੀ ਉਹਨਾਂ ਵਿੱਚੋਂ ਤੇ ਕੋਈ ਮੋਰੇ ਨਹੀਂ ਹੈ ਤੇ ਹੁਣ ਸੁਖਬੀਰ ਸਿੰਘ ਬਾਦਲ ਦਾ ਨਾਮ ਅੱਗੇ ਹੋ ਗਿਆ। ਪਹਿਲਾਂ ਉਹ ਇੱਕ ਆਪਣੇ ਭਰਾ ਨੂੰ ਮਿਲਣ ਵਾਸਤੇ ਜਾਂਦੇ ਨੇ ਬਲਵੰਤ ਸਿੰਘ ਨੂੰ ਤੇ ਨਾ ਹੋ ਜਾਂਦੀ ਹੈ ਅੰਦਰੋਂ ਕਿ ਅਸੀਂ ਨਹੀਂ ਚੋਣ ਲੜਨੀ। ਫਿਰ ਸੁਖਬੀਰ ਸਿੰਘ ਬਾਦਲ ਵਾਲਾ ਘਟਨਾਕ੍ਰਮ ਬਰਾਬਰ ਚੱਲਦਾ ਹੈ ਸਿਮਰਨਜੀਤ ਸਿੰਘ ਮਾਨ ਦੇ
ਉਹ ਕਾਗਜ਼ ਦਾਖਲ ਕਰ ਦਿੰਦੇ ਨੇ, ਤਰੀਕ ਲੰਘਦੀ ਜਾਂਦੀ ਹੈ ਤੇ ਫਿਰ ਇੱਕ ਮੁਲਾਕਾਤ ਹੁੰਦੀ ਹੈ ਜਾਂ ਨਹੀਂ ਹੁੰਦੀ ਹੈ। ਸੁਖਬੀਰ ਸਿੰਘ ਬਾਦਲ ਦਾ ਚੋਣ ਨਿਸ਼ਾਨ ਤੱਕੜੀ ਕਮਲਦੀਪ ਕੌਰ ਨੂੰ ਮਿਲ ਜਾਂਦਾ ਹੈ ਤੇ ਉਹ ਚੋਣਾਂ ਵਿੱਚ ਖੜੇ ਹੋ ਜਾਂਦੇ ਨੇ, ਅਕਾਲੀ ਦਲ ਦੇ ਉਮੀਦਵਾਰ ਬਣ ਜਾਂਦੇ ਨੇ। ਫਿਰ ਸੁਖਬੀਰ ਬਾਦਲ ਅਜੇ ਵੀ ਕਹਿ ਰਹੇ ਨੇ ਕਿ ਮੈਂ ਸਰ ਮਾਨ ਨੂੰ ਕਿਹਾ ਸੀ ਕਿ ਤੁਸੀਂ ਇੱਕ ਚੋਣ ਨਾ ਲੜੋ, ਬੰਦੀ ਸਿੰਘਾਂ ਦੇ ਵਾਸਤੇ ਤੁਸੀਂ ਇੱਕ ਚੋਣ ਨਾ ਲੜੋ ਤੇ ਕਮਲਦੀਪ ਕੌਰ ਰਾਜੋਆਣਾ ਨੂੰ ਜਿਤਾਈਏ ਇਕੱਠੇ ਹੋ ਕੇ ਤੇ ਬਹੁਤ ਵਧੀਆ ਗੱਲ ਹੋਵੇਗੀ ਜੀ। ਉਹਨਾਂ ਨੇ ਕਿਹਾ ਕਿ ਇਸ ਨਾਲ ਸਰਕਾਰ ਨੂੰ ਸੁਨੇਹਾ ਜਾਵੇਗਾ ਕਿ ਬੰਦੀ ਸਿੰਘਾਂ ਨੂੰ ਛਡਾਉਣ ਵਾਸਤੇ ਪੰਜਾਬੀ ਕਿੰਨੇ ਸੁਹਿਰਦ ਨੇ। ਉਹ ਸਾਰਾ ਉਹਨਾਂ ਨੇ ਹਵਾਲਾ ਦਿੱਤਾ ਕਿ ਉਹਨਾਂ ਨੂੰ ਪਿਤਾ ਦੀ ਮੌਤ ਤੇ ਇੱਕ ਦਿਨ ਦੀ ਪਰੋਲ ਮਿਲੀ ਸੀ। ਚਲੋ, ਪਰ ਗੱਲ ਇਹ ਹੈ ਕਿ ਮੈਂ ਇਹ ਕੀ ਚਲੋ ਇੰਨਾ ਕੁ ਸੰਦੇਸ਼ ਮੰਨ ਲੈਂਦੇ ਅਸੀਂ ਕਿ ਸਰਕਾਰ ਨੂੰ ਕੋਈ ਸੁਨੇਹਾ ਜਾਵੇਗਾ ਕਿ ਬੰਦੀ ਸਿੰਘਾਂ ਨੂੰ ਛਡਾਉਣ ਵਾਸਤੇ ਪੰਜਾਬ ਦੇ ਲੋਕ ਕਿੰਨੇ ਕੁ ਚਾਹਵਾਨ ਨੇ। ਪਰ ਗੱਲ ਇਹ ਹੈ ਕਿ ਕਮਲਦੀਪ ਕੌਰ ਰਾਜੋਆਣਾ ਨੇ ਮੈਂਬਰ ਪਾਰਲੀਮੈਂਟ ਵਜੋਂ ਲੋਕ ਸਭਾ ਦੇ ਵਿੱਚ ਬਣ ਕੇ ਉਹ ਕਿਹੜੀ ਆਵਾਜ਼ ਉਠਾਉਣੀ ਹੈ ਜਿਹੜੀ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਬਾਦਲ ਤੇ ਇਹਨਾਂ ਦੇ ਪੁਰਾਣੇ ਅਕਾਲੀਆਂ ਦੀ ਲੰਬੀ ਸੂਚੀ ਮੈਂ ਹੁਣ ਗਿਣਨ ਲੱਗਾ ਤੇ ਸ਼ਾਮ ਪੈ ਜਾਵੇਗੀ, ਮੈਂਬਰ ਪਾਰਲੀਮੈਂਟ ਰਹੇ ਨੇ, ਉਹਨਾਂ ਨੇ ਉਹ ਮੁੱਦੇ ਕਿਉਂ ਨਹੀਂ ਉਠਾਏ? ਕਮਲਦੀਪ ਕੌਰ ਦੇ ਉਠਾਉਣ ਨਾਲ ਉਹ ਬਲਵੰਤ ਸਿੰਘ ਰਾਜੋਆਣਾ ਦੀ ਜਾਂ ਹੋਰਨਾਂ ਸਿੰਘਾਂ ਦੀ ਰਿਹਾਈ ਤੇ ਜ਼ੋਰ ਕਿਵੇਂ ਪਵੇਗਾ? ਜਦੋਂ ਨਰਿੰਦਰ ਮੋਦੀ ਨੂੰ ਤੇ ਹੋਰ ਬੀਜੇਪੀ ਦੇ ਵੱਡੇ ਵੱਡੇ ਆਕਾਵਾਂ ਨੂੰ ਪੰਜਾਬ 'ਚ ਲਿਆ ਕੇ ਵੱਡੀਆਂ ਵੱਡੀਆਂ ਰੈਲੀਆਂ ਹੁੰਦੀਆਂ ਸੀ, ਉਦੋਂ ਉਹਨਾਂ ਦੇ ਕੰਨ ਵਿੱਚ ਫੂਕ ਕਿਉਂ ਨਾ ਮਾਰੀ ਗਈ? ਤੁਸੀਂ ਸਟੇਜ ਤੇ ਖੜੇ ਹੋ ਕੇ ਫੇਰ ਆਖ ਰਹੇ ਹੋ ਕਿ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਮਾਮਲੇ ਵਿੱਚ ਕੇਜਰੀਵਾਲ ਰਾਹ ਦਾ ਰੋੜਾ ਹੈ। ਭਾਈ ਤੁਹਾਡੇ ਕੋਲ ਤੇ ਦਿੱਲੀ ਵਿੱਚ ਵੀ ਭਾਜਪਾ ਦੀ ਸਰਕਾਰ ਸੀ ਕਦੇ, ਸਾਹਿਬ ਸਿੰਘ ਵਰਮਾ ਤੇ ਉਹਨਾਂ ਤੋਂ ਬਾਅਦ ਜਿਹੜੇ ਹੋਰ ਕਈ ਆਏ ਨੇ, ਮਦਨ ਲਾਲ ਖੁਰਾਨਾ ਵੀ ਰਹੇ ਨੇ, ਪੰਜਾਬ ਦੇ ਵਿੱਚ ਤੁਹਾਡੇ ਨਾਲ ਯਾਰੀ ਵੀ ਉਹਨਾਂ ਦੀ ਸੋਹਣੀ ਸੀ, ਹਰਿਆਣੇ ਵਾਲੇ ਵੀ ਨਾਲ ਸੀ ਤੇ ਸਭ ਕੁਝ ਲਹਿਰਾਂ ਬਹਿਰਾਂ ਸੀ। ਅਕਾਲੀ ਭਾਜਪਾ 9 ਮਾਸ ਦਾ ਰਿਸ਼ਤਾ ਬੜਾ ਪੱਕਾ ਹੋਇਆ ਸੀ ਤੇ ਤੁਸੀਂ ਕਿਉਂ ਨਾ ਕੀਤਾ ਉਦੋਂ? ਮੈਂ ਸਮਝਦਾ ਕਿ ਧਿਆਨ ਭਟਕਾਉਣ ਵਾਲੀ ਉਹਨਾਂ ਦੀ ਗੱਲ ਹੈ। ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੈ, ਜਿਹੜੇ ਸਜ਼ਾ ਪੂਰੀ ਕਰ ਚੁੱਕੇ ਨੇ ਉਹਨਾਂ ਨੂੰ ਰਿਹਾ ਕਰਨਾ ਚਾਹੀਦਾ ਸਰਕਾਰਾਂ ਨੂੰ। ਇਹ ਮੁੱਦਾ ਜ਼ਰੂਰ ਰਹੇਗਾ, ਉਹ ਰਿਹਾਈ ਹੋਣੀ ਚਾਹੀਦੀ ਹੈ, ਮੈਂ ਇਸ ਗੱਲ ਦਾ ਹਾਮੀ ਹਾਂ। ਪਰ ਸੁਖਬੀਰ ਸਿੰਘ ਬਾਦਲ ਜਿਹੜਾ ਅੱਜ ਢੰਡੋਰਾ ਪਿੱਟ ਰਹੇ ਨੇ, ਮੈਨੂੰ ਉਹਨਾਂ ਦੀ ਗੱਲ ਦੇ ਵਿੱਚ ਰਾਜਨੀਤੀ ਵਾਹਵਾ ਜਾਪਦੀ ਹੈ। ਕੋਈ ਮੈਨੂੰ ਉਸ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਹਾਂ ਦਾ ਨਾਰਾ ਜਾਂ ਡਿਮਾਂਡ ਨਹੀਂ ਜਾਪਦੀ ਕਿ ਉਹ ਵਾਕਿਆ ਸਰਕਾਰ ਤੋਂ ਇਸ ਤਰ੍ਹਾਂ ਦੀ ਮੰਗ ਕਰਦੇ ਰਹੇ ਹੋਣ। ਕੁਲਦੀਪ ਜੀ, ਇੱਥੇ ਗੱਲ ਮੈਂ ਸਿਮਰਨਜੀਤ ਮਾਨ ਦੀ ਥੋੜੀ ਜਿਹੀ ਹੋਰ ਵੀ ਕਰਨਾ ਚਾਹੁੰਦੀ ਹਾਂ। ਅਕਾਲੀਆਂ ਨੂੰ ਤਾਂ ਉਹਨਾਂ ਨੇ ਕਹਿਤਾ ਵੀ ਇਹਦੇ ਨਾਲ ਰਲ ਕੇ ਮੈਂ ਬੇੜਾ ਨਹੀਂ ਗਰਕ ਕਰਨਾ, ਤੇ ਭਗਵੰਤ ਮਾਨ ਬਾਰੇ ਉਹਨਾਂ ਨੇ ਕਿਹਾ ਵੀ ਇਹਦੀ ਜਿਹੜੀ ਵਿਚਾਰਧਾਰਾ ਆ ਉਹ ਹੈਗੀ ਭਗਤ ਸਿੰਘ ਵਾਲੀ, ਤੇ ਮੇਰੀ ਜਿਹੜੀ ਵਿਚਾਰਧਾਰਾ ਆ ਉਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੀ ਹੈ। ਦੂਜੀ ਗੱਲ ਉਹ ਕਹਿੰਦੇ ਨੇ ਭਗਵੰਤ ਦੇ ਨਾਲ ਸਿੰਘ ਨਹੀਂ ਲੱਗਦਾ, ਮੇਰੇ ਨਾਲ ਸਿੰਘ ਲੱਗਦਾ ਤੇ ਲੋਕਾਂ ਨੇ ਬਾਲਟੀ ਮੇਰੀ ਭਰਨੀ। ਚਲੋ, ਸਿੰਘ ਤੇ ਹੋਰਨਾਂ ਦੇ ਨਾਂ ਨਾਲ ਵੀ ਲੱਗਦਾ ਹੋਏਗਾ ਤੇ ਜ਼ਰੂਰੀ ਨਹੀਂ ਕਿ ਉਹਨਾਂ ਦੀ ਬਾਲਟੀ ਭਰੀ ਗਈ ਹੋਵੇ ਹੁਣ ਤੱਕ। ਆਮ ਤੌਰ ਤੇ ਨਾਮ ਪ੍ਰੋਨਾਉਂਸ ਕਰਨ ਦੀ ਗੱਲ ਹੈ ਨਾ, ਤੁਸੀਂ ਮੇਰਾ ਨਾਂ ਕੁਲਦੀਪ ਸਿੰਘ ਪ੍ਰੋਨਾਉਂਸ ਕਰਦੇ ਹੋ, ਠੀਕ ਹੈ, ਕਦੇ ਲਾ ਲੈਂਦੇ ਹੋ ਸਿੰਘ, ਕਦੇ ਨਹੀਂ ਲਾਉਂਦੇ ਹੋ। ਸੁਖਬੀਰ ਨੂੰ ਤੇ ਆਮ ਹੀ ਲੋਕੀ ਸੁਖਬੀਰ ਬਾਦਲ ਆਖਦੇ ਨੇ। ਬਿਲਕੁਲ, ਇਹ ਗੱਲ ਉਸ ਦਿਨ ਲਾਗੂ ਨਹੀਂ ਸੀ ਤੇ ਜਿੱਦਣ ਉਹਨਾਂ ਦੇ ਨਾਲ ਸਟੇਜ ਸਾਂਝੀ ਕੀਤੀ ਗਈ ਪੰਥਕ ਇਕੱਤਰਤਾ ਦੀ। ਹੋਰ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਨਾਮ ਇਸ ਤਰ੍ਹਾਂ ਪ੍ਰੋਨਾਉਂਸ, ਨਾਮ ਵਿੱਚ ਕੁਝ ਨਹੀਂ ਹੈ। ਭਗਵੰਤ ਮਾਨ ਦੇ ਨਾਲ ਸਿੰਘ ਸਿਮਰਨਜੀਤ ਸਿੰਘ ਮਾਨ ਨੇ ਨਹੀਂ ਲਾਉਣਾ, ਇਹ ਭਗਵੰਤ ਮਾਨ ਦਾ ਦਿਲ ਕਰਦਾ ਹੈ ਕਿ ਉਹ ਲਾਉਣਾ ਹੈ ਕਿ ਨਹੀਂ ਲਾਉਣਾ। ਬਾਲਟੀ ਚੋਣ ਨਿਸ਼ਾਨ ਹੈ ਉਹਨਾਂ ਦਾ, ਅੱਗੇ ਨਾਲੋਂ ਥੋੜਾ ਜਿਹਾ ਵਾਵਾ ਭਰਨ ਲੱਗੀ ਹੈ ਇਹਨਾਂ ਚੋਣਾਂ ਦੇ ਵਿੱਚ। ਉਹ ਵਾਵਾ ਨਹੀਂ, ਮਤਲਬ ਚਲੋ ਥੋੜਾ ਜਿਹਾ ਇੱਕ ਰੌਣਕ ਜਿਹੀ ਹੋਣ ਲੱਗੀ ਹੈ, ਪਰ ਉਹ ਗੱਲ ਅਜੇ ਜਾਪਦੀ ਨਹੀਂ ਕਿ ਉਹ ਕੋਈ ਇੰਨਾ ਜ਼ਿਆਦਾ ਕੋਈ ਜਿਹੜਾ ਮੁੱਦਾ ਕੋਈ ਬਣਾ ਸਕੇ ਜਾਂ ਕਿਸੇ ਖਾਸ ਮੁੱਦੇ ਤੇ ਲੋਕਾਂ ਨੂੰ ਮੋਟੀਵੇਟ ਕਰ ਸਕਣਗੇ। ਅਜੇ ਤੱਕ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਮੁੱਖ ਮੁਕਾਬਲਾ ਜਿਹੜਾ ਹੈ ਉਹ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਕਾਰ ਰਹੇਗਾ। ਸਿਮਰਨਜੀਤ ਸਿੰਘ ਮਾਨ ਦੌੜ ਦੇ ਵਿੱਚ ਹਨ, ਪਰ ਅਕਾਲੀ ਦਲ ਦੀ ਹਾਲਤ ਜ਼ਿਆਦਾ ਪਤਲੀ ਹੈ। ਸਿਮਰਨਜੀਤ ਸਿੰਘ ਮਾਨ ਮੈਂ ਸਮਝਦਾ ਕਿ ਉਹ ਫਸਦੇ ਬਚ ਗਏ ਨੇ ਜੀ। ਇੱਕ ਖਾਸ ਕਿਸਮ ਦੀ ਕਿਸੇ ਦੀ ਕੋਈ ਨਾ ਕੋਈ ਵਿਸ਼ੇਸ਼ਤਾ ਹੀ ਹੁੰਦੀ ਹੈ। ਸਿਮਰਨਜੀਤ ਸਿੰਘ ਮਾਨ ਨੂੰ ਕਦੇ ਰਿਕਾਰਡ ਤੋੜ ਵੋਟਾਂ ਪਈਆਂ ਸੀ, ਫਿਰ ਸਮਾਂ ਆਇਆ ਕਿ ਜ਼ਮਾਨਤਾਂ ਜ਼ਬਤ ਹੋਣ ਤੱਕ ਗੱਲ ਗਈ ਹੈ, ਫਿਰ ਸਮਾਂ ਆਇਆ ਕਿ ਲੋਕਾਂ ਨੂੰ ਉਹਨਾਂ ਦਾ ਚੋਣ ਨਿਸ਼ਾਨ ਵੀ ਯਾਦ ਨਾ ਰਿਹਾ ਤੇ ਲੋਕਾਂ ਨੂੰ ਇਹ ਵੀ ਨਹੀਂ ਸੀ ਪਤਾ ਹੁੰਦਾ ਕਿ ਅਕਾਲੀ ਦਲ ਅੰਮ੍ਰਿਤਸਰ ਦਾ ਕੈਂਡੀਡੇਟ ਕੌਣ ਆ ਸਾਡੇ ਇਲਾਕੇ ਵਿੱਚ। ਪਰ ਹੁਣ ਦੁਬਾਰਾ ਉਹ ਮੁੱਖ ਧਾਰਾ ਦੇ ਵਿੱਚ ਆਏ ਨੇ, ਇਹ ਉਹਨਾਂ ਵਾਸਤੇ ਇੱਕ ਛੋਟੀ ਜਿਹੀ ਜਿੱਤ ਹੈ। ਪਰ ਜਿਹੜੇ ਦੂਸਰੇ ਪਾਸੇ ਜਿਹੜੇ ਕੁਝ ਉਹ ਮੁੱਦੇ ਜਿਹੜੇ ਉਠਾ ਰਹੇ ਨੇ ਉਹਨਾਂ ਦਾ ਵਿਚਾਰਧਾਰਕ ਫਰਕ ਹੈ ਭਗਵੰਤ ਮਾਨ ਨਾਲ, ਸੁਖਬੀਰ ਨਾਲ ਜਾਂ ਕਿਸੇ ਹੋਰ ਨਾਲ। ਠੀਕ ਹੈ, ਜੇ ਉਹਨਾਂ ਦੀ ਵਿਚਾਰਧਾਰਾ ਲੋਕਾਂ ਨੂੰ ਪਸੰਦ ਹੋਏਗੀ ਤੇ ਬਾਲਟੀ ਭਰ ਸਕਦੀ ਹੈ, ਗੱਲ ਕਿਹੜੀ ਏਡੀ ਜੀ। ਮੁੱਦਿਆਂ ਤੇ ਚਰਚਾ ਅਸੀਂ ਇਸੇ ਤਰ੍ਹਾਂ ਜਾਰੀ ਰੱਖਣੀ ਹੈ, ਪਰ ਇਸ ਵੇਲੇ ਵੇਲਾ ਇੱਕ ਛੋਟੀ ਜਿਹੀ ਬ੍ਰੇਕ ਦਾ ਹੈ। ਜਲਦ ਹਾਜ਼ਰ ਹੁੰਦੇ ਹਾਂ।
ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖਣ ਵਾਲੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। 29 ਮਈ ਸਮਾਂ ਕਰੀਬ 5:15 ਵਜੇ ਸ਼ਾਮ ਦਾ ਬਲਕੌਰ ਸਿੰਘ ਸਿੱਧੂ ਤੇ ਮਾਤਾ ਚਰਨ ਕੌਰ ਦੀ ਦੁਨੀਆ ਉੱਜੜ ਜਾਂਦੀ ਹੈ। ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਇਸ ਦੁਨੀਆ ਤੋਂ ਚਲਾ ਜਾਂਦਾ ਹੈ ਤੇ 29 ਤਰੀਕ ਤੋਂ ਲੈ ਕੇ ਅੱਜ 10 ਜੂਨ ਹੋ ਗਈ ਹੈ। ਲਗਾਤਾਰ ਖਬਰਾਂ ਦੀਆਂ ਸੁਰਖੀਆਂ ਬਣੇ ਹੋਏ ਨੇ ਸਿੱਧੂ ਮੂਸੇਵਾਲਾ। ਕੁਲਦੀਪ ਜੀ, ਹੁਣ ਸਿੱਧੂ ਮੂਸੇਵਾਲਾ ਕਤਲकांड ਦੀ ਜੇ ਗੱਲ ਕਰੀਏ ਤੇ ਕਿਹੜੇ ਤੱਥ ਜਿਹੜੇ ਨਿਕਲ ਕੇ ਆਏ ਨੇ, ਕੀ ਕੁਝ ਨਵਾਂ ਸਾਹਮਣੇ ਆਇਆ, ਜਾਂਚ ਕਿੱਥੋਂ ਤੱਕ ਪਹੁੰਚੀ ਹੈ? ਇੱਕ ਤੇ ਹੈ ਕਿ ਇਸ ਜਾਂਚ ਦੇ ਜਿਹੜੇ ਹੁਣ ਪੰਜਾ ਉਹ ਬਹੁਤ ਦੂਰ ਦੂਰ ਤੱਕ ਫੈਲ ਗਿਆ। ਕੈਨੇਡਾ ਦਾ ਨਾਮ ਪਹਿਲਾਂ ਹੀ ਆ ਗਿਆ ਸੀ। ਕਤਲ ਹੋਣ ਤੋਂ ਜਿਵੇਂ ਤੁਸੀਂ ਦੱਸਿਆ ਬਰਤਾਂਤ ਕੀਤਾ ਛੋਟਾ ਜਿਹਾ, ਉਸ ਤੋਂ ਕੁਝ ਮਿੰਟਾਂ ਬਾਅਦ ਹੀ ਜਿਹੜੀ ਜ਼ਿੰਮੇਵਾਰੀ ਸੀ ਗੋਲਡੀ ਬਰਾੜ ਨੇ ਕਬੂਲੀ ਸੀ ਬਿਲਕੁਲ ਕਿ ਅਸੀਂ ਮਾਰਿਆ। ਵਿੱਕੀ ਮਿੱਡੂ ਖੇੜਾ ਦਾ ਨਾਮ ਆ ਗਿਆ, ਸਾਰਿਆਂ ਦਾ ਆ ਗਿਆ। ਸਾਰੀ ਗੱਲ ਪਿੱਛੇ ਨਾ ਜਾਈਏ, ਅਗਾਂਹ ਕੀ ਹੋ ਰਿਹਾ। 8 ਸ਼ਾਰਪ ਸ਼ੂਟਰ ਪਛਾਣੇ ਸੀ। ਹੁਣ ਅਜੇ ਤੱਕ ਪੁਲਿਸ ਨੇ ਇਹ ਡਾਇਵਲਜ ਨਹੀਂ ਕੀਤੀ ਇਨਫੋਰਮੇਸ਼ਨ ਕਿ ਕੀ ਉਹ ਸ਼ਾਰਪ ਸ਼ੂਟਰ ਜਿਨ੍ਹਾਂ ਨੂੰ ਕਹਿੰਦੇ ਨੇ ਇਹ ਵੈਸੇ ਹੀ ਉਹ ਇਹੋ ਜਿਹੇ ਕੰਮ ਦੇ ਵਿੱਚ ਸ਼ਾਮਲ ਨੇ ਤੇ ਤਾਂ ਉਹਨਾਂ ਨੂੰ ਸ਼ਾਰਪ ਸ਼ੂਟਰ ਕਹਿੰਦੇ ਨੇ, ਜਾਂ ਉਹ ਇਸ ਸ਼ੂਟਿੰਗ ਦੇ ਵਿੱਚ ਸ਼ਾਮਲ ਸੀ ਤੇ ਤਾਂ ਉਹਨਾਂ ਨੂੰ ਸ਼ਾਰਪ ਸ਼ੂਟਰ ਆਖਿਆ ਜਾ ਰਿਹਾ। ਇੱਕ ਨੌਜਵਾਨ ਜਿਹੜਾ ਹੈ ਹਰਕਮਲ ਰਾਣੂ, ਉਹ ਪੁਲਿਸ ਦੀ ਗ੍ਰਿਫਤ ਵਿੱਚ ਦੱਸਿਆ ਜਾਂਦਾ ਹੈ। ਪੁਲਿਸ ਨੇ ਕਨਫਰਮ ਨਹੀਂ ਕੀਤਾ, ਉਹਦੇ ਘਰ ਦੇ ਕਨਫਰਮ ਕਰ ਰਹੇ ਨੇ। ਉਹ ਕਹਿੰਦੇ ਕਿ ਅਸੀਂ ਆਪਣੇ ਲੜਕੇ ਨੂੰ ਦੁਬਾਰਾ ਖੁਦ ਪੇਸ਼ ਕੀਤਾ, ਦੁਬਾਰਾ ਨਹੀਂ ਖੁਦ ਪੇਸ਼ ਕੀਤਾ, ਤੇ ਉਹ ਪੁਲਿਸ ਦੇ ਕੋਲ ਹੈ ਇਸ ਵੇਲੇ। ਪਰ ਸਾਨੂੰ ਇਸ ਗੱਲ ਦਾ ਪੂਰਾ ਯਕੀਨ ਹੈ ਕਿ ਇਸ ਘਟਨਾ ਵਿੱਚ ਸ਼ਾਮਲ ਨਹੀਂ ਸੀ। ਹਰਕਮਲ ਰਾਣੂ ਪੁਲਿਸ ਨੂੰ ਕੀ ਦੱਸ ਰਿਹਾ ਹੈ, ਕੀ ਨਹੀਂ ਦੱਸ ਰਿਹਾ, ਇਸ ਗੱਲ ਦਾ ਵੀ ਅਜੇ ਸਾਨੂੰ ਇਲਮ ਨਹੀਂ, ਕਿਉਂਕਿ ਪੁਲਿਸ ਨੇ ਉਹਦੀ ਗ੍ਰਿਫਤਾਰੀ ਦੇ ਬਾਰੇ ਕੁਝ ਵੀ ਜਾਣਕਾਰੀ ਨਹੀਂ ਦਿੱਤੀ। ਜਿਹੜੀ ਜਾਣਕਾਰੀ ਨਿਕਲ ਕੇ ਆ ਰਹੀ ਆ ਉਹ ਸੌਰਵ ਮਹਾਕਾਲ, ਜਿਸ ਦਾ ਦੂਸਰਾ ਨਾਮ ਹੀਰਾਮਨ ਵੀ ਹੈ, ਕੁਛ ਇਸ ਤਰ੍ਹਾਂ ਦਾ, ਉਰਫ ਹੀਰਾਮਨ ਉਰਫ ਸੌਰਵ ਕਾਲ, ਇਸ ਤਰ੍ਹਾਂ ਦਾ ਕੁਛ ਨਾਮ ਹੈ। ਉਸ ਵਿਅਕਤੀ ਕੋਲੋਂ ਬਹੁਤ ਸਾਰੀਆਂ ਜਾਣਕਾਰੀਆਂ ਮਿਲੀਆਂ ਨੇ, ਇੱਕ ਨਹੀਂ ਬਹੁਤ ਸਾਰੀਆਂ। ਇੱਕ ਤੇ ਇਹ ਹੈ ਕਿ ਇਸ ਕੰਮ ਵਾਸਤੇ ਉਸਨੂੰ 3.5 ਲੱਖ ਰੁਪਏ ਮਿਲਣੇ ਸੀ। ਉਹ ਕਾਹਦੇ? ਕੰਪਲੀਟ ਰੇਕੀ ਦੇ। ਹੁਣ ਰੇਕੀ ਉਸਨੇ ਕਿਸ ਤੋਂ ਕਰਵਾਈ, ਕਿਵੇਂ ਕਰਵਾਈ, ਕਦੋਂ ਹੋਈ, ਇਹਦੀ ਡਿਟੇਲ ਪੁਲਿਸ ਨੇ ਥੋੜ੍ਹੀ ਜਿਹੀ ਦਿੱਤੀ ਆ। ਉਹ ਇਸ ਵੇਲੇ ਗ੍ਰਿਫਤ ਵਿੱਚ ਹੈ ਪੁਲਿਸ ਦੇ, ਔਰ ਪੰਜਾਬ ਪੁਲਿਸ ਦੀ ਤੋਂ ਜਾਣਕਾਰੀ ਲੈ ਕੇ ਤੇ ਫਿਰ ਬੈਕ ਐਂਡ ਫੋਰਥ ਜਿਹੜਾ ਕੰਮ ਹੋ ਰਿਹਾ, ਜਾਂਚ ਉਸ ਤੋਂ ਚੱਲ ਰਹੀ ਹੈ, ਪੁੱਛਗਿੱਛ ਹੋ ਰਹੀ ਹੈ। ਉਸਨੇ ਦੱਸਿਆ ਕਿ 3 ਮਹੀਨੇ ਰੇਕੀ ਕੀਤੀ ਗਈ। ਸੰਦੀਪ ਕੇਕੜਾ ਕੱਲਾ ਨਹੀਂ, ਉਸਦੇ ਨਾਲ ਉਸਦੇ ਵਰਗੇ ਹੋਰ ਵੀ ਕਈ ਨੇ, ਔਰ ਸਾਰੇ ਨਸ਼ਈ ਕਿਸਮ ਦੇ ਨੇ, ਜੋ 100-200 ਬਦਲੇ ਪਤਾ ਨਹੀਂ ਆਪਣੇ ਘਰਦਿਆਂ ਨੂੰ ਵੀ ਕਿਸੇ ਨੂੰ ਜ਼ਹਿਰ ਦੇ ਸਕਦੇ ਨੇ। ਉਹਨਾਂ ਵਿੱਚ ਉਹਦੀ ਗਿਣਤੀ ਆਉਂਦੀ। ਸੰਦੀਪ ਕੇਕੜਾ ਇੱਕ ਦਿਹਾੜੀਦਾਰ ਦਾ ਮੁੰਡਾ ਹੈ, ਮਾਂ ਪਿਓ ਨੂੰ ਵੀ ਕੁੱਟ ਕੇ ਘਰੋਂ ਕੱਢ ਛੱਡਦਾ ਹੈ, ਨਸ਼ਈ ਹੈ, ਤੇ ਦੱਸਿਆ ਜਾਂਦਾ ਕਿ ਇਸ ਕੰਮ ਵਾਸਤੇ ਉਸਨੂੰ 15,000 ਮਿਲੇ ਸੀ। ਉਹ ਕੱਲਾ ਨਹੀਂ, ਉਸਦੀ ਰਿਸ਼ਤੇਦਾਰੀ ਵੀ ਹੈ। ਮੂਸੇਵਾਲੇ ਦੇ ਪਿੰਡ ਮੂਸਾ ਪਿੰਡ ਵਿੱਚ ਉਸਦੀ ਰਿਸ਼ਤੇਦਾਰੀ ਹੈ ਜੀ। ਕੌਨਫੀਡੈਂਸ ਬਣਾ ਲਿਆ ਸੀ ਤੇ ਸਾਰੀ ਜਾਣਕਾਰੀ ਉਹ ਦਿੰਦਾ ਸੀ। ਉਸ ਵਿੱਚ ਉਹ ਕਿੱਥੇ ਸੈਰ ਕਰਨ ਜਾਂਦਾ ਹੈ, ਕਿੰਨੇ ਵਜੇ ਸੈਰ ਕਰਦਾ ਹੈ, ਕਿੱਧਰ ਨੂੰ ਜਾਂਦਾ ਹੈ, ਕੀ ਖਾਂਦਾ ਹੈ, ਕੀ ਪੀਂਦਾ ਹੈ, ਕੌਣ ਉਹਦਾ ਕਰੀਬੀ ਹੈ, ਤੇ ਕਿੰਨੇ ਕੁ ਵਜੇ ਘਰੋਂ ਨਿਕਲਦਾ ਹੈ, ਤੇ ਕੀ ਸਾਰਾ ਹਿਸਾਬ ਕਿਤਾਬ ਉਹਦੇ ਨਾਲ ਕੌਣ ਹੁੰਦਾ ਹੈ। ਇਹ ਸਾਰੀ ਜਾਣਕਾਰੀ ਇੱਕ ਕੇਕੜਾ ਨਹੀਂ ਕਈ ਕੇਕੜਿਆਂ ਨੇ ਇਕੱਠੀ ਕਰਕੇ ਇਸ ਸੌਰਵ ਮਹਾਕਾਲ ਨੂੰ ਪਹੁੰਚਾਈ, ਤੇ ਜਿਸ ਨੇ ਅੱਗੇ ਜਿਹੜੀ ਸੀ ਬਿਸ਼ਨੋਈ ਗਰੁੱਪ ਦੇ ਕਰਿੰਦਿਆਂ ਨੂੰ ਪਹੁੰਚਾਈ। ਇਹ ਸੌਰਵ ਮਹਾਕਾਲ ਉਸ ਤੋਂ ਦੂਸਰੇ ਤੀਸਰੇ ਲੈਵਲ ਦਾ ਬੰਦਾ ਦੱਸਿਆ ਜਾਂਦਾ, ਔਰ ਕਹਿੰਦੇ ਨੇ ਕਿ ਆਪਸੀ ਫੋਨ ਕਾਲਸ ਵੀ ਇਹਨਾਂ ਦੀਆਂ ਹੋਈਆਂ ਨੇ ਕਿ ਕੰਮ ਹੋ ਗਿਆ ਤੇ ਮੈਂ ਠੀਕ ਆ, ਤੇਰਾ ਕੰਮ ਹੋ ਗਿਆ, ਤੂੰ ਕਰ ਦਿੱਤਾ ਹੈ, ਤੇ 3.5 ਲੱਖ ਤੈਨੂੰ ਮਿਲ ਜਾਣਗੇ। ਇੰਨੀ ਡਿਟੇਲ ਆ ਰਹੀ ਹੈ। ਹੁਣ ਹਰਕਮਲ ਰਾਣੂ ਜਿਹੜਾ ਫੜਿਆ, ਉਹ ਦੱਸਿਆ ਜਾਂਦਾ ਹੈ ਕਿ ਸੂਤਰ ਦੱਸਦੇ ਨੇ ਕਿ ਉਹ ਸ਼ੂਟਿੰਗ ਦੇ ਵਿੱਚ ਸ਼ਾਮਲ ਸੀ, ਗੋਲੀ ਚਲਾਉਣ ਵਾਲਿਆਂ ਦੇ ਵਿੱਚ। ਇਹ ਪੁਲਿਸ ਨੇ ਨਹੀਂ ਕਨਫਰਮ ਕੀਤਾ, ਪਰ ਡਿਟੇਲ ਜਿਹੜੀ ਆ ਉਹ ਨਿਕਲ ਕੇ ਬਹੁਤ ਦੂਰ ਤੱਕ ਜਾ ਰਹੀ ਹੈ। ਬਹੁਤ ਸਾਰੇ ਹੋਰ ਵਿਅਕਤੀ ਵੀ ਆਸੇ-ਪਾਸਿਓਂ, ਉਹਨਾਂ ਦੇ ਕਈ ਕਿਸਮ ਦੇ ਨਾਮ ਨੇ, ਪੰਜਾਬ ਵਿੱਚ, ਰਾਜਸਥਾਨ 'ਚ, ਹਰਿਆਣੇ 'ਚ, ਇਹ ਸਾਰੇ ਗ੍ਰਿਫਤਾਰ ਹੋ ਰਹੇ ਨੇ। ਪੰਜਾਬ ਪੁਲਿਸ ਜ਼ੋਰ ਸ਼ੋਰ ਨਾਲ ਇਸ 'ਤੇ ਲੱਗੀ ਹੋਈ ਹੈ, ਤੇ ਕੁਛ ਜਗ੍ਹਾ 'ਤੇ ਪੰਜਾਬ ਪੁਲਿਸ ਜਿਹੜੀ ਆ ਉਹਨਾਂ ਦਾ ਹੱਥ ਨਹੀਂ ਪੈਂਦਾ। ਉੱਥੇ ਦੂਸਰੇ ਸੂਬਿਆਂ ਨਾਲ ਉਹਨਾਂ ਨੂੰ ਤਾਲਮੇਲ ਕਰਨਾ ਪੈ ਰਿਹਾ ਹੈ। ਪਰ ਹਾਲ ਦੀ ਘੜੀ ਇਹੋ ਹੀ ਜਾਣਕਾਰੀ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ। ਇਸ ਤੋਂ ਇਲਾਵਾ ਕੁਝ ਹੋਰ ਨਾਮ ਨੇ ਜਿਹੜੇ ਅਸੀਂ ਨਾ ਇੱਥੇ ਆਪਣੇ ਸਰੋਤਿਆਂ ਤੱਕ, ਦਰਸ਼ਕਾਂ ਤੱਕ ਪਹੁੰਚਾਈਏ, ਕਿਉਂਕਿ ਪੁਲਿਸ ਇਹ ਵੀ ਕੋਸ਼ਿਸ਼ ਕਰ ਰਹੀ ਹੈ ਕਿ ਇਹਦੀ ਪੂਰੀ ਜਾਣਕਾਰੀ ਬਾਹਰ ਨਿਕਲ ਕੇ ਨਾ ਜਾਵੇ। ਹਾਲਾਂਕਿ ਕੁਝ ਮੀਡੀਆ ਆਊਟਲੈਟਸ ਇਸ ਨੂੰ ਜਿਹੜਾ ਨਸ਼ਰ ਕਰ ਰਹੇ ਨੇ। ਜੀ ਕੁਲਦੀਪ ਜੀ, ਸਿੱਧੂ ਮੂਸੇਵਾਲੇ ਦਾ ਜਦੋਂ ਕਤਲ ਹੁੰਦਾ ਤੇ ਖਤਰਨਾਕ ਅਪਰਾਧੀ ਜਿਹੜਾ ਸਤਿੰਦਰਜੀਤ ਸਿੰਘ ਗੋਲਡੀ ਬਰਾੜ, ਉਹ ਇਹਦੀ ਜ਼ਿੰਮੇਵਾਰੀ ਲੈ ਲੈਂਦਾ ਵੀ ਇਸ ਕਤਲ ਦੀ ਜ਼ਿੰਮੇਵਾਰੀ ਮੈਂ ਲੈਣਾ, ਮੈਂ ਕਰਵਾਇਆ।
ਉਸ ਤੋਂ ਬਾਅਦ ਜਿਹੜੀ ਅੰਤਰਰਾਸ਼ਟਰੀ ਸੰਸਥਾ ਆ ਇੰਟਰਪੋਲ, ਉਹ ਰੈੱਡ ਕਾਰਨਰ ਨੋਟਿਸ ਜਿਹੜਾ ਆ ਉਹ ਗੋਲਡੀ ਬਰਾੜ ਨੂੰ ਜਾਰੀ ਕਰ ਦਿੰਦੀ ਹੈ। ਸਵਾਲ ਮੇਰਾ ਤੁਹਾਨੂੰ ਇਹ ਆ ਕਿ ਹੁਣ ਕੀ ਬਣੂਗਾ ਇਸ ਨੋਟਿਸ ਤੋਂ ਬਾਅਦ? ਇੱਕ ਮੈਂ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦੇਵਾਂ, ਕਦੇ ਸਮਾਂ ਸੀ ਪੰਜਾਬ ਵਿੱਚ ਕਿ ਇੱਕ ਜ਼ਿਲ੍ਹੇ ਦੀ ਪੁਲਿਸ ਜਾਂ ਇੱਕ ਥਾਣੇ ਦੀ ਹੱਦ ਵਾਲੀ ਪੁਲਿਸ ਦੂਸਰੇ ਵਿੱਚ ਜਾ ਕੇ ਕਾਰਵਾਈ ਨਹੀਂ ਸੀ ਕਰ ਸਕਦੀ। ਬਹੁਤ ਕਿਸਮ ਦੀਆਂ ਹੱਦਬੰਦੀਆਂ ਸੀ। ਹੌਲੀ ਹੌਲੀ ਉਹਨਾਂ ਨੂੰ ਐਲੀਮੀਨੇਟ ਕੀਤਾ ਗਿਆ। ਇਸ ਦਾ ਜਿਹੜੇ ਕ੍ਰਿਮੀਨਲ ਲੋਕ ਨੇ ਉਹ ਫਾਇਦਾ ਉਠਾਉਂਦੇ ਸਨ। ਤੇ ਜਦੋਂ ਫਿਰ ਇੱਕ ਸਟੇਟ ਦੇ ਵਿੱਚ ਇੱਕ ਜ਼ਿਲ੍ਹਾ ਜਾਂ ਇੱਕ ਥਾਣੇ ਦੀ ਹੱਦ, ਉਸ ਤੋਂ ਬਾਅਦ ਜਦੋਂ ਜੇ ਉੱਥੇ ਪ੍ਰੋਬਲਮ ਆ ਰਹੀਆਂ ਸੀ, ਫਿਰ ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ, ਮਹਾਰਾਸ਼ਟਰ, ਪੁਣੇ, ਜਿੱਥੇ ਵੀ ਕਰਨਾਟਕ, ਤਮਿਲਨਾਡੂ ਜੋ ਵੀ ਹੈ, ਇਹ ਫਿਰ ਆਪਸ ਵਿੱਚ ਤਾਲਮੇਲ ਕਿਵੇਂ ਹੋਵੇਗਾ? ਤੁਹਾਨੂੰ ਯਾਦ ਹੋਣਾ ਹੈ ਕਿ ਜੈਪਾਲ ਭੁੱਲਰ ਨੂੰ ਕਿਵੇਂ ਮਿੰਟਾਂ ਦੇ ਵਿੱਚ ਪੁਲਿਸ ਨੇ ਜਾ ਘੇਰਿਆ ਸੀ ਕਲਕੱਤੇ ਦੇ ਵਿੱਚ। ਝੂਠੇ ਮੁਕਾਬਲੇ ਦਾ ਦੋਸ਼ ਵੀ ਲੱਗਾ, ਹੋਰ ਬਹੁਤ ਸਾਰੀਆਂ ਗੱਲਾਂ ਹੋਈਆਂ। ਪਰ ਜਦੋਂ ਪੁਲਿਸ ਆਪਣੀ ਆਈ ਤੇ ਆ ਜਾਂਦੀ ਹੈ, ਫਿਰ ਕੁਝ ਨਾ ਕੁਝ ਕਰਦੀ ਹੈ। ਫਿਰ ਲਿੰਕ ਵੀ ਲੱਭ ਲਿਆ ਜਾਂਦੇ ਨੇ ਤੇ ਰਾਤੋਂ ਰਾਤ ਉੱਤਰਾਖੰਡ ਤੋਂ ਵੀ ਜਿਵੇਂ ਬੰਦੇ ਚੱਕ ਲਿਆਤੇ, ਜਿਸ ਵਿੱਚ ਮੰਨਾ ਫੜਿਆ ਗਿਆ। ਹੁਣ ਇੰਟਰਪੋਲ ਇਸੇ ਤਰ੍ਹਾਂ ਸਾਰੇ ਦੇਸ਼ਾਂ ਦੀ ਇੱਕ ਸਾਂਝੀ ਸੰਸਥਾ ਹੈ। ਇੰਟਰਨੈਸ਼ਨਲ ਪੁਲਿਸ ਕਹਿ ਲਓ, ਵੈਸੇ ਤਾਂ ਲੰਬਾ ਚੌੜਾ ਨਾਮ ਹੈ ਇਸਦਾ। ਇੰਟਰਪੋਲ ਦੇ ਵਿੱਚ ਦੋ ਤਰ੍ਹਾਂ ਦੇ ਨੋਟਿਸ ਹੁੰਦੇ ਨੇ, ਰੈੱਡ ਕਾਰਨਰ ਤੇ ਬਲੂ ਕਾਰਨਰ। ਜੀ, ਬਲੂ ਕਾਰਨਰ ਜਿਹੜਾ ਨੋਟਿਸ ਹੈ ਉਹ ਬੇਸਿਕਲੀ ਇੱਕ ਜਾਣਕਾਰੀ ਕਿ ਆ ਬੰਦਾ ਭੱਜਿਆ, ਗਵਾਚਿਆ ਜਾਂ ਭਗੌੜਾ ਆ, ਇਹਦਾ ਮਾੜਾ ਜਿਹਾ ਹਿਸਾਬ ਕਿਤਾਬ ਰੱਖੋ। ਤੇ ਗ੍ਰਿਫਤਾਰ ਦਾ ਨੋਟਿਸ ਸ਼ਾਇਦ ਨਹੀਂ ਹੁੰਦਾ ਹੈ, ਇਹਦੇ ਵਿੱਚ ਕੋਈ ਗ੍ਰਿਫਤਾਰੀ ਵਾਲੀ ਕੋਈ ਐਸਾ ਕੋਈ ਡਿਟੇਲ ਨਹੀਂ ਹੁੰਦੀ। ਪਰ ਜਦੋਂ ਰੈੱਡ ਕਾਰਨਰ ਨੋਟਿਸ ਜਾਰੀ ਹੋ ਜਾਂਦਾ ਹੈ, ਫਿਰ ਕੰਪਲੀਟ ਡਿਟੇਲ ਜਿਹੜੀ ਆ ਉਸ ਵਿਅਕਤੀ ਦੀ ਜਿਹੜੀ ਹੈ ਉਹ ਇੰਟਰਪੋਲ ਜਾਰੀ ਕਰਦੀ ਹੈ। ਤੇ ਸਾਰੇ ਦੇਸ਼ਾਂ ਦੀਆਂ ਪੁਲਿਸਾਂ ਚੁਕੰਨੀਆਂ ਹੋ ਜਾਂਦੀਆਂ ਨੇ। ਕਿਸੇ ਏਅਰਪੋਰਟ ਤੋਂ ਉਹ ਕ੍ਰਾਸ ਨਹੀਂ ਕਰ ਸਕਦਾ, ਕਿਸੇ ਹੋਰ ਇਹੋ ਜਿਹੇ ਸਰਕਾਰੀ ਥਾਂ ਤੋਂ, ਬਾਰਡਰ ਤੋਂ ਉਹ ਲੰਘ ਨਹੀਂ ਸਕਦਾ। ਜਿੱਥੇ ਉਹ ਜਾਵੇਗਾ ਉਸ ਨੂੰ ਕਿਸੇ ਨਾ ਕਿਸੇ ਤਰੀਕੇ ਜਰੀਏ ਜਿਹੜਾ ਹੈ ਉਹ ਦਬੋਚਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਰੋਜ਼ਾਨਾ ਜਾਰੀ ਹੁੰਦੇ ਨੇ ਔਰ ਬਹੁਤ ਜ਼ਿਆਦਾ ਜਾਰੀ ਹੁੰਦੇ ਨੇ। ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਦੀ, ਉਹ ਤੁਸੀਂ ਅੱਜ ਵੀ ਇੰਟਰਪੋਲ ਦੀ ਵੈਬਸਾਈਟ 'ਤੇ ਜਾ ਕੇ ਜਿਹੜੇ ਦੇਖ ਸਕਦੇ ਹੋ, ਦੋ ਇਹਨਾਂ ਨੌਜਵਾਨਾਂ ਦੇ ਨਾਮ ਜਿਹੜੇ ਲੱਗੇ ਨੇ ਜੀ। ਹੁਣ ਗੋਲਡੀ ਬਰਾੜ ਕੈਨੇਡਾ ਵਿੱਚ ਸਥਿਤ ਹੈ। ਗੋਲਡੀ ਬਰਾੜ ਤੇ ਨਾਲ ਇਹ ਵੀ ਦੋਸ਼ ਲੱਗ ਰਹੇ ਨੇ ਕਿ ਪੰਜਾਬ ਦੇ ਵਿੱਚ ਵੱਡੇ ਪੁਲਿਸ ਅਫਸਰਾਂ ਨੂੰ ਤੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਧਮਕਾ ਰਿਹਾ। ਇਸ ਕਰਕੇ ਉਸ ਦਾ ਫੜਿਆ ਜਾਣਾ ਜ਼ਰੂਰੀ ਹੈ। ਭਗਵੰਤ ਮਾਨ ਨੇ ਆਪਣੇ ਤੌਰ 'ਤੇ ਪਹਿਲ ਕੀਤੀ ਹੈ। ਕੈਨੇਡੀਅਨ ਹਾਈ ਕਮਿਸ਼ਨਰ, ਇੱਕ ਮੈਂ ਇਹ ਵੀ ਦੱਸ ਦੇਵਾਂ ਦਰਸ਼ਕਾਂ ਨੂੰ, ਹਾਈ ਕਮਿਸ਼ਨਰ ਜਿਹੜਾ ਹੁੰਦਾ, ਰਾਜਦੂਤ ਹੁੰਦਾ ਹੈ, ਉਹ ਐਮਬੈਸੀ ਦੇ ਵਿੱਚ ਹੁੰਦਾ। ਐਮਬੈਸੀ ਜਿਹੜੀ ਆ ਉਹ ਤਕਰੀਬਨ ਦੇਸ਼ ਦੀ ਰਾਜਧਾਨੀ ਦੇ ਵਿੱਚ ਹੀ ਹੁੰਦੀ ਹੈ, ਉਹ ਦਿੱਲੀ ਹੈ ਐਮਬੈਸੀ। ਔਰ ਉਸ ਦਾ ਕੌਂਸੂਲੇਟ ਆਫਿਸ ਜਿਹੜੇ ਨੇ ਉਹ ਵੱਖਰੇ ਸ਼ਹਿਰਾਂ 'ਚ ਹੋ ਸਕਦੇ ਨੇ। ਕੌਂਸੂਲੇਟ ਉਹ ਚੰਡੀਗੜ੍ਹ ਹੈ। ਕੌਂਸੂਲੇਟ ਦੇ ਵਿੱਚ ਹਾਈ ਕਮਿਸ਼ਨਰ ਆਏ ਹੋਏ ਸੀ। ਉਹਨਾਂ ਨਾਲ ਸਮਾਂ ਕੱਢ ਕੇ ਭਗਵੰਤ ਮਾਨ ਨੇ ਜਾ ਕੇ ਮੀਟਿੰਗ ਕੀਤੀ ਹੈ। ਸੁਖਾਵੇਂ ਮਾਹੌਲ 'ਚ ਉਹਨਾਂ ਨੂੰ ਕਿਹਾ ਕਿ ਸਾਨੂੰ ਇਹ ਬੰਦੇ ਫੜਨ ਦੇ ਵਿੱਚ ਮਦਦ ਕਰੋ। ਔਰ ਉਹਨਾਂ ਨੇ ਮੰਗ ਕੀਤੀ ਹੈ ਤੇ ਉਹਨਾਂ ਨੂੰ ਭਰੋਸਾ ਉਹਨਾਂ ਨੇ ਕਿਹਾ ਕਿ ਮੈਨੂੰ ਦਿੱਤਾ ਗਿਆ ਕਿ ਇਸ 'ਤੇ ਕਾਰਵਾਈ ਹੋਵੇਗੀ, ਕਰਾਂਗੇ ਅਸੀਂ। ਇਸੇ ਤਰ੍ਹਾਂ ਕਈ ਵਾਰੀ ਐਕਸਟਰਾਡਾਈਟ ਟਰੀਟੀਜ਼ ਹੁੰਦੀਆਂ ਨੇ। ਐਕਸਟਰਾਡਾਈਟ ਟਰੀਟੀ ਇਹ ਹੁੰਦੀ ਹੈ ਕਿ ਜੇ ਉਹਨੂੰ ਫੜ ਲੈਂਦੇ ਨੇ ਕੱਲ੍ਹ ਨੂੰ ਤਾਂ ਕੀ ਉਸੇ ਵੇਲੇ ਸੌਂਪ ਦਿੱਤਾ ਜਾਵੇਗਾ? ਨਹੀਂ, ਉਸਦੇ ਵੀ ਆਪਣੇ ਹੱਕ ਨੇ। 100 ਗੱਲਾਂ ਹੁੰਦੀਆਂ ਨੇ ਤੇ ਉਹ ਅਪੀਲ ਕਰੇਗਾ, ਸਭ ਕੁਝ ਹੋਵੇਗਾ। ਇੱਕ ਮਾੜਾ ਮੋਟਾ ਕੇਸ ਵੀ ਚੱਲਦਾ ਹੈ ਕੁਛ ਨਾ ਕੋਈ, ਤੇ ਫਿਰ ਹੌਲੀ ਸੌਂਪਿਆ ਜਾਂਦਾ। ਇਵੇਂ ਨਹੀਂ ਹੁੰਦਾ। ਹੁਣ ਜਿਵੇਂ ਇਸ ਤਰ੍ਹਾਂ ਕਈਆਂ ਨੂੰ ਲਿਆਉਣ ਦੀ ਬੜੀ ਦੇਰ ਤੋਂ ਕੋਸ਼ਿਸ਼ ਚੱਲ ਰਹੀ ਤੇ ਕਈਆਂ ਵਿੱਚ ਕਾਮਯਾਬੀ ਮਿਲ ਜਾਂਦੀ, ਕਈਆਂ 'ਚ ਨਹੀਂ ਮਿਲਦੀ ਜੀ। ਡਿਪੈਂਡਿੰਗ ਅਪੋਨ ਦ ਟਾਈਪ ਆਫ ਦਾ ਕ੍ਰਾਈਮ ਤੇ ਉਹਦੀ ਸਿਵੈਰਿਟੀ ਜਿਹੜੀ ਹੁੰਦੀ ਆ ਕਿ ਉਹ ਕਿੰਨਾ ਸੀਰੀਅਸ ਕ੍ਰਾਈਮ ਆ, ਉਸ ਦੇ ਹਿਸਾਬ ਨਾਲ ਹੁੰਦਾ। ਗੋਲਡੀ ਬਰਾੜ ਕਦੋਂ ਫੜ ਹੁੰਦਾ, ਕਦੋਂ ਨਹੀਂ ਹੁੰਦਾ, ਇਸ ਗੱਲ ਦਾ ਅਜੇ ਪਤਾ ਨਹੀਂ। ਪਰ ਪੰਜਾਬ ਪੁਲਿਸ ਨੇ ਉਸਦੇ ਬਾਰੇ ਜ਼ੋਰ ਲਾ ਦਿੱਤਾ। ਪਰ ਇਸ ਮਾਮਲੇ ਤੇ ਪੰਜਾਬ ਪੁਲਿਸ ਨੂੰ ਥੋੜਾ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈ ਰਿਹਾ। ਉਹ ਕਿਉਂ ਹੈ? CBI ਜਿਹੜੀ ਹੈ ਉਹ ਕਾਰਵਾਈ ਕਰਦੀ ਹੈ ਕਿ ਇੰਟਰਪੋਲ ਦੇ ਥਰੂ ਕਿਸੇ ਦੇ ਨੋਟਿਸ ਜਾਰੀ ਕਰਨੇ ਨੇ, ਕਰਵਾਉਣੇ ਨੇ, ਤੇ ਡਾਕੂਮੈਂਟ ਵਗੈਰਾ ਇੱਕ ਅੱਧਾ ਦਿਨ ਲਾ ਕੇ ਸਾਰਾ ਉਹ ਤਿਆਰ ਕਰਦੇ ਨੇ ਚਿੱਠਾ, ਤੇ ਫਿਰ ਇੰਟਰਪੋਲ ਜਿਹੜੀ ਆਪਣੀ ਵੈਬਸਾਈਟ 'ਤੇ ਪਾਉਂਦੀ ਹੈ, ਨੋਟਿਸ ਜਾਰੀ ਹੁੰਦਾ। ਹੁਣ ਉਹ CBI ਦਾ ਇਹ ਕਹਿਣਾ ਹੈ ਕਿ ਸਾਨੂੰ ਚਿੱਠੀ 30 ਮਈ ਨੂੰ ਮਿਲਦੀ ਹੈ, ਕਤਲ ਤੋਂ ਇੱਕ ਦਿਨ ਬਾਅਦ, ਤੇ 30 ਮਈ ਤੋਂ ਬਾਅਦ ਅਸੀਂ ਕਾਰਵਾਈ ਕਰਕੇ ਥੋੜ੍ਹੇ ਦਿਨਾਂ ਦੇ ਵਿੱਚ ਨੋਟਿਸ ਜਾਰੀ ਕਰ ਦਿੰਦੇ ਹਾਂ। ਤੇ ਉਹ ਹੁਣ ਉਸ ਮਾਮਲੇ ਤੇ ਪੰਜਾਬ ਪੁਲਿਸ ਨੇ ਕਿਹਾ ਹੈ ਕਿ ਅਸੀਂ ਹੋਰ ਮਾਮਲਿਆਂ ਦੇ ਵਿੱਚ, ਇਸ ਕਤਲ ਦੇ ਮਾਮਲੇ 'ਚ ਨਹੀਂ, ਇਸ ਤੋਂ ਪਹਿਲਾਂ ਕੁਝ ਮਾਮਲਿਆਂ ਵਿੱਚ 2 ਵਿਅਕਤੀਆਂ ਦੀ ਸੂਚੀ 18 ਜਾਂ 19 ਮਈ ਨੂੰ ਜਿਹੜੀ ਆ ਉਹ ਦੇ ਚੁੱਕੇ ਸੀ, ਚਿੱਠੀ ਭੇਜ ਚੁੱਕੇ ਸੀ ਕਿ ਇਹਨਾਂ ਦੇ ਬਾਰੇ ਕਾਰਨਰ ਨੋਟਿਸ ਜਾਰੀ ਕਰ ਦਿਓ। ਹਰਵਿੰਦਰਜੀਤ ਹੈ ਮੇਰੇ ਖਿਆਲ ਦੂਸਰੇ ਲੜਕੇ ਦਾ ਨਾਮ, ਉਹ ਸ਼ਾਇਦ ਪਾਕਿਸਤਾਨ ਦੇ ਵਿੱਚ ਹੈ, ਇਹ ਪੱਕਾ ਨਹੀਂ ਪਤਾ। ਪਰ ਹੁਣ ਉੱਥੇ CBI ਕਹਿੰਦੀ ਕਿ ਸਾਨੂੰ ਤੇ ਕੋਈ ਚਿੱਠੀ ਨਹੀਂ ਮਿਲੀ, ਸਾਨੂੰ ਤੇ ਆਹੀ ਚਿੱਠੀ ਇਹਨਾਂ ਦੀ ਹੁਣ ਮਿਲੀ ਹੈ ਤੇ ਅਸੀਂ ਕਾਰਵਾਈ ਪਾਤੀ ਹੈ। ਹੁਣ ਕਿਹਾ ਕਿ ਈਮੇਲ ਮਿਲੀ ਹੈ, ਈਮੇਲ ਅਥੈਂਟਿਕ ਜਿਹੜਾ ਹੈ ਉਹ ਡਾਕੂਮੈਂਟ ਜਾਂ ਪ੍ਰੂਫ ਮੰਨਿਆ ਜਾਂਦਾ। ਈਮੇਲ ਹੈ, ਹੁਣ ਚਿੱਠੀ ਥੋੜ੍ਹਾ ਪਾਉਣ ਜਾਣਾ ਕਿਸੇ ਨੇ, ਉਹ ਕਿੰਨੇ ਦਿਨਾਂ ਵਿੱਚ ਕਿੱਥੇ ਜਾਏਗੀ ਤੇ ਕੰਮ ਉਹ ਕਿਵੇਂ ਹੋਵੇਗਾ?
ਈਮੇਲ ਵੀ ਚਿੱਠੀ ਹੈ, ਮੇਲ ਮੇਲ ਦੂਸਰੀ ਹੁੰਦੀ ਹੈ, ਪੋਸਟ, ਈਮੇਲ ਇਲੈਕਟ੍ਰੋਨਿਕ ਮੇਲ ਹੈ, ਚਿੱਠੀ ਹੈ। ਉਹ ਗਈ ਹੈ ਤੇ ਹੁਣ ਇਹਨਾਂ ਨੇ ਨਾਲ ਪੁਰਾਣੀ ਚਿੱਠੀ ਵੀ ਨੱਥੀ ਕੀਤੀ ਹੈ। ਪਰ ਉਹ ਕਹਿੰਦੇ ਕਿ ਸਾਨੂੰ ਜੇ ਪੁਰਾਣੀ ਚਿੱਠੀ ਤੁਸੀਂ ਨੱਥੀ ਕੀਤੀ ਹੈ ਤਾਂ ਇਸ ਦਾ ਪੁਰਾਣਾ ਆਪਣੇ ਰਜਿਸਟਰਾਂ ਦੇ ਵਿੱਚ ਵੇਰਵਾ ਦਿਖਾਓ। ਜਦੋਂ ਕਿਸੇ ਡਿਪਾਰਟਮੈਂਟ ਵੱਲੋਂ ਕੋਈ ਅਫੀਸ਼ੀਅਲ ਚਿੱਠੀ ਜਾਂਦੀ ਹੈ ਤਾਂ ਉਸ ਦਾ ਸਾਰਾ ਕੁਝ ਲਿਖਿਆ ਜਾਂਦਾ ਹੈ ਕਿ ਇਸ ਤਰੀਕ ਨੂੰ ਇੰਨੇ ਵਜੇ ਫਲਾਣੇ ਦੇ ਸਾਈਨਾਂ ਨਾਲ ਦਸਤਾਂ ਨਾਲ ਚਿੱਠੀ ਜਿਹੜੀ ਆ ਭੇਜੀ ਗਈ। ਈਮੇਲ ਵੀ ਗਈ ਹੋਵੇਗੀ ਤਾਂ ਉਹ ਟਾਈਪ ਕੀਤੀ ਨਹੀਂ ਹੋਵੇਗੀ, ਉਸ ਬਕਾਇਦਾ ਸਾਈਨ ਹੋ ਕੇ ਸਕੈਨ ਹੋ ਕੇ ਉਸਦੇ ਡਾਕੂਮੈਂਟ ਹੋਣਗੇ। ਉੱਥੇ ਕੁੰਡੀਆਂ ਫਸੀਆਂ ਹੋਈਆਂ ਨੇ। ਪੰਜਾਬ ਪੁਲਿਸ ਇਸ ਮਾਮਲੇ ਤੇ ਚੁੱਪ ਹੈ, ਜਵਾਬ ਨਹੀਂ ਦੇ ਰਹੀ। ਸਰਕਾਰ ਨੂੰ ਵੀ ਜਵਾਬ ਦੇਣਾ ਪੈ ਸਕਦਾ। CBI ਥੋੜ੍ਹਾ ਜਿਹਾ ਇਸ ਮਾਮਲੇ ਤੇ ਪ੍ਰੋਐਕਟਿਵ ਹੋ ਕੇ ਕੰਮ ਕਰ ਰਹੀ ਹੈ। ਦੋਵਾਂ 'ਚੋਂ ਇੱਕ ਜਿਹੜਾ ਆ ਉਹ ਕੋਈ ਓਹਲਾ ਰੱਖ ਰਿਹਾ, ਪਰ ਉਸ ਓਹਲੇ ਦਾ ਕਹਿਣਾ ਇਹ ਹੈ ਪੰਜਾਬ ਦਾ ਪੁਲਿਸ ਦਾ ਕਿ ਜਿਹੜੀ ਚਿੱਠੀ ਅਸੀਂ ਪਹਿਲਾਂ ਜਾਰੀ ਕੀਤੀ ਹੋਈ ਸੀ, ਜਿਹੜੀ ਚਿੱਠੀ ਤੁਹਾਨੂੰ ਪਹਿਲਾਂ ਭੇਜੀ ਸੀ, ਜੇ ਉਸ 'ਤੇ ਕਾਰਵਾਈ ਹੋ ਜਾਂਦੀ ਤਾਂ ਇਹ ਦੁਰਘਟਨਾ, ਇਹ ਜਿਹੜਾ ਮਾੜਾ ਕੰਮ ਹੋਇਆ, ਇਹ ਹੋਣ ਤੋਂ ਬਚ ਸਕਦਾ ਸੀ। ਉਹ CBI 'ਤੇ ਉਂਗਲ ਉੱਠਦੀ ਹੈ। ਜੇ CBI ਕਿਸੇ ਤਰ੍ਹਾਂ ਇਹ ਸਾਬਤ ਕਰ ਦਿੰਦੀ ਹੈ ਕਿ ਸਾਨੂੰ ਇਹ ਨਹੀਂ ਕੁਝ ਵੀ ਨਹੀਂ ਦਿੱਤਾ, ਫਿਰ ਪੰਜਾਬ ਪੁਲਿਸ 'ਤੇ ਉਂਗਲ ਉੱਠਦੀ ਹੈ। ਬਿਲਕੁਲ। ਹੁਣ ਪੰਜਾਬ ਪੁਲਿਸ 'ਤੇ ਓਨਸ ਦੱਸਿਆ ਜਾਂਦਾ ਹੈ ਕਿ ਇਹਨਾਂ ਨੇ ਸਾਬਤ ਕਰਨਾ ਹੈ ਕਿ ਸਾਡੇ ਕੋਲ ਇਹੋ ਜਿਹਾ ਕੁਝ ਵੀ ਨਹੀਂ ਸੀ, ਸਾਡੇ ਕੋਲ ਇਹੋ ਜਿਹੀ ਕੋਈ ਗੱਲ ਨਹੀਂ ਸੀ, ਅਸੀਂ ਹੁਣ ਨਹੀਂ ਭੇਜੀ, ਅਸੀਂ ਪਹਿਲਾਂ ਭੇਜ ਚੁੱਕੇ ਹਾਂ। ਉਹ ਸਬੂਤ ਦੇਣੇ ਪੈਣਗੇ। ਕੀ ਉਹ ਸਬੂਤ ਜਨਤਕ ਹੋਣਗੇ? ਕੀ ਉਹ ਆਮ ਲੋਕਾਂ ਨੂੰ ਵੀ ਕੋਈ ਦੱਸਿਆ ਜਾਵੇਗਾ? ਇਸ ਬਾਰੇ ਅਜੇ ਕੁਝ ਨਹੀਂ ਹੈ, ਪਰ ਰੈੱਡ ਕਾਰਨਰ ਨੋਟਿਸ ਜਾਰੀ ਹੋ ਗਏ ਨੇ। ਪਰ ਕੈਨੇਡਾ ਸਰਕਾਰ ਕਿੰਨੀ ਤੇਜ਼ੀ ਨਾਲ ਕੀ ਕਾਰਵਾਈ ਕਰਦੀ ਹੈ, ਇਸ ਦਾ ਵੀ ਕੁਝ ਨਹੀਂ ਪਤਾ, ਕਿਉਂਕਿ ਇਹ ਗੱਲ ਮੈਂ ਇੱਥੇ ਦੱਸ ਦੇਵਾਂ ਕਿ ਕੈਨੇਡਾ ਵਿੱਚ ਵੀ ਖਾਸ ਤੌਰ 'ਤੇ ਲੋਅਰ ਮੇਨਲੈਂਡ ਜੋ ਵੈਨਕੂਵਰ ਦਾ ਏਰੀਆ, ਉਸ ਦੇ ਵਿੱਚ ਵੀ ਗੈਂਗ ਐਕਟੀਵਿਟੀਜ਼ ਦਾ ਕੰਮ ਬਹੁਤ ਜ਼ਿਆਦਾ ਰਿਹਾ ਔਰ ਬਹੁਤ ਨੌਜਵਾਨ ਜਿਹੜੇ ਨੇ, ਅਣਗਿਣਤ ਨੌਜਵਾਨ ਜਿਹੜੇ ਪੰਜਾਬ ਦੇ ਹੋਰਨਾਂ ਦੇਸ਼ਾਂ ਦੇ ਗੈਂਗ ਦੇ ਨਾਲ ਲੜਾਈ ਵਿੱਚ ਵੀ ਅਤੇ ਆਪਸ ਵਿੱਚ ਵੀ ਮਾਰੇ ਜਾ ਚੁੱਕੇ ਨੇ। ਲੰਬੀ ਸੂਚੀ ਹੈ, ਦਿਲ ਦੁਖਣ ਵਾਲੀ ਗੱਲ ਹੈ ਜੀ। ਔਰ ਇਸ ਤਰੱਕੀਆਂ ਵਾਸਤੇ ਕਿਸੇ ਮੁਲਕ ਵਿੱਚ ਗਏ ਹੋਈਏ ਤੇ ਕੋਈ ਮਰਨਾ ਨਹੀਂ ਚਾਹੁੰਦਾ ਇੱਥੇ। ਇਹ ਹਾਲਾਤ ਇਹੋ ਜਿਹਾ ਕਿਉਂ ਬਣ ਰਹੇ ਨੇ? ਇਹ ਨੌਜਵਾਨ ਬੱਚੇ ਸਾਡੇ ਕਿਉਂ ਇੱਧਰ ਨੂੰ ਜਾ ਰਹੇ ਨੇ? ਤੇ ਬਹੁਤ ਥੋੜ੍ਹੀ ਪਰਸੈਂਟੇਜ ਆ ਉਹਨਾਂ ਦੀ, ਤੇ ਸਰਕਾਰਾਂ ਨੇ ਉਹਨਾਂ ਨੂੰ ਮੁੱਖ ਧਾਰਾ ਵਿੱਚ ਲਿਆਉਣ ਲਈ ਕੀ ਕੀ ਕੰਮ ਕੀਤੇ ਨੇ, ਇਹ ਉੱਥੇ ਦਾ ਕਾਨੂੰਨ ਵੀ ਜਾਣਦਾ ਹੈ। ਪਰ ਮਾੜੀ ਗੱਲ ਹੈ ਕਿ ਪੰਜਾਬੀ ਨੌਜਵਾਨ ਜਿਹੜੇ ਨੇ ਇਸ ਤਰ੍ਹਾਂ ਕਿਸੇ ਗੱਲੋਂ ਭੁੱਲ ਭਟਕ ਕੇ ਸਾਡੇ ਆਪਣੇ ਬੱਚੇ ਜਿਹੜੇ ਨੇ ਉਹ ਇਸ ਤਰ੍ਹਾਂ ਇਸ ਵੇਲੇ ਇਹੋ ਜਿਹੀਆਂ ਕਾਰਵਾਈਆਂ ਵਿੱਚ ਸ਼ਾਮਲ ਨੇ। ਜੀ, ਇਸ ਗੱਲਬਾਤ ਨੂੰ ਅਸੀਂ ਥੋੜਾ ਜਿਹਾ ਅੱਗੇ ਵੀ ਤੋਰਦੇ ਹਾਂ, ਪਰ ਇਸ ਵੇਲੇ ਵੇਲਾ ਇੱਕ ਛੋਟੀ ਜਿਹੀ ਬ੍ਰੇਕ ਦਾ ਹੈ। ਜਲਦ ਹਾਜ਼ਰ ਹੁੰਦੇ ਹਾਂ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿੱਚ ਵਿਚਾਰ ਚਰਚਾ ਦੇਖਣ ਵਾਲੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਗੱਲ ਕਰ ਰਹੇ ਸੀ ਅਸੀਂ ਸਿੱਧੂ ਮੂਸੇਵਾਲਾ ਕਤਲकांड ਦੀ। ਕੁਲਦੀਪ ਜੀ, ਇਹਦੇ ਨਾਲ ਜੁੜੀ ਹੋਈ ਇੱਕ ਦੁਖਦਾਇਕ ਖਬਰ ਹੈ ਕਿ ਇੱਕ ਨੌਜਵਾਨ ਨੇ ਖੁਦਕੁਸ਼ੀ ਕਰ ਲਈ। ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਉਦੋਂ ਇੱਕ ਬੱਚੇ ਦੇ ਖੁਦਕੁਸ਼ੀ ਕਰਨ ਦੀ ਖਬਰ ਆਈ ਸੀ। ਹੁਣ ਜਦੋਂ ਭੋਗ ਪਿਆ ਤੇ ਕਹਿੰਦੇ ਨੇ ਕਿ ਇੱਕ ਨੌਜਵਾਨ ਉੱਥੇ ਗਿਆ, ਉਹਦੇ ਕੋਲ ਉਹ ਸਾਰਾ ਕੁਝ ਦੇਖਿਆ ਨਹੀਂ ਗਿਆ ਤੇ ਉਹਨੇ ਕੁਝ ਜ਼ਹਿਰੀਲੀ ਚੀਜ਼ ਖਾ ਲਈ, ਉਹਦੀ ਮੌਤ ਹੋ ਗਈ। ਇਸ ਤਰ੍ਹਾਂ ਮਾਨਸਿਕ ਤੌਰ ਤੇ ਜੁੜ ਜਾਣਾ ਫੈਨਸ ਦਾ ਆਪਣੇ ਫੇਵਰਟ ਸਿੰਗਰ ਨਾਲ ਜਾਂ ਆਪਣੇ ਆਈਡਲ ਨਾਲ, ਕਿਸ ਤਰ੍ਹਾਂ ਦੇਖਦੇ ਹੋ? ਸੁਭਾਵਿਕ ਹੈ, ਸੁਭਾਵਿਕ ਹੈ। ਇਹ ਕੋਈ ਅਨਨੈਚੁਰਲ ਨਹੀਂ ਹੈ, ਗੈਰ ਕੁਦਰਤੀ ਨਹੀਂ ਹੈ। ਇਸ ਗੱਲ ਨੂੰ ਅਸੀਂ ਇਨਕਾਰ ਨਹੀਂ ਕਰ ਸਕਦੇ। ਫੈਨਸ ਹੀ ਹੁੰਦੇ ਨੇ। ਤੇ 20 ਸਾਲਾ ਨੌਜਵਾਨ ਬੱਚਾ ਜਸਵਿੰਦਰ ਸਿੰਘ ਨਾਮ ਹੈ, ਮੌਤ ਹੋ ਜਾਂਦੀ ਹੈ ਅੱਜ ਉਸਦੀ, ਕੱਲ੍ਹ। ਮਾੜੀ ਗੱਲ ਹੈ, ਬਹੁਤ ਮਾੜੀ ਗੱਲ ਹੈ। ਮੈਂ ਸਮਝਦਾ ਕਿ ਜਿਹੜੇ ਨੌਜਵਾਨ ਇਹ ਪ੍ਰੋਗਰਾਮ ਜਿੱਥੇ ਤੱਕ ਸਾਡਾ ਸੁਨੇਹਾ ਜਾਂਦਾ, ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹਾਂਗਾ, ਉਸ ਬਾਪ ਵੱਲ ਦੇਖੋ। ਤੁਸੀਂ ਫੈਨ ਜ਼ਰੂਰ ਹੋ, ਪਰ ਮਾਤਾ ਚਰਨ ਕੌਰ ਅਤੇ ਸਰਦਾਰ ਬਲਕੌਰ ਸਿੰਘ ਵਰਗਾ ਦੁੱਖ ਨਹੀਂ ਤੁਹਾਡਾ ਕਿਸੇ ਦਾ। ਉਹਨਾਂ ਤੋਂ ਵੱਡਾ ਦੁੱਖ ਨਹੀਂ ਹੈ। ਅਤੇ ਜੋ ਉਹਨਾਂ ਨੇ ਕਿਹਾ, ਮਾਂ ਕਹਿ ਰਹੀ ਕਿ ਰੁੱਖ ਲਾਓ, ਪਿਓ ਕਹਿੰਦਾ ਕਿ ਪੰਜਾਬ ਨੂੰ ਬਚਾਓ ਅਤੇ ਦਸਤਾਰ ਬੰਨ੍ਹ ਕੇ ਰੱਖੋ। ਅਸੀਂ ਅੱਗੇ ਚੱਲਾਂਗੇ, ਦੇਖਦੇ ਹਾਂ ਕੀ ਹੁੰਦਾ ਜੀ। ਉਸ ਵੱਲ ਧਿਆਨ ਕਰਨ ਦੀ ਲੋੜ ਹੈ। ਠੀਕ ਹੈ, ਪਰ ਇੰਨੇ ਇਮੋਸ਼ਨਲ ਨਾ ਹੋਈਏ। ਜੇ ਕਿਸੇ ਨੂੰ ਕਿਸੇ ਤਰੀਕੇ ਤੁਸੀਂ ਪਿਆਰ ਕਰਦੇ ਤਾਂ ਉਹਦੇ ਲਈ ਕੁਝ ਨਾ ਕੁਝ ਕਰੋ। ਦਰਖਤ ਲਾਉਣ ਨੂੰ ਕਿਹਾ, ਦਰਖਤ ਲਾਉਣਾ ਅਤੇ ਪਾਲਣਾ ਛੋਟੀ ਗੱਲ ਨਹੀਂ। ਮੈਂ ਇੱਕ ਚੈਲੰਜ ਨਹੀਂ ਮੈਂ ਕਰਨਾ ਚਾਹੁੰਦਾ ਪੰਜਾਬੀਆਂ ਨੂੰ, ਚੈਲੰਜ ਕਬੂਲ ਕਰ ਲੈਂਦੇ ਨੇ, ਪਰ ਇੱਕ ਸਾਲ ਬਾਅਦ 8 ਜੂਨ 2023 ਨੂੰ ਸਾਰੇ ਜਣੇ ਅਲਾਰਮ ਲਾ ਲੈਣ, ਕੈਲੰਡਰ 'ਤੇ ਨੋਟ ਕਰ ਲੈਣ ਕਿ ਅਸੀਂ ਉਹਨਾਂ ਦੇ ਪਿਤਾ ਦੀ ਤਾਂ ਮਾਤਾ ਦੀ ਤਕੀਦ 'ਤੇ ਕਿੰਨੇ ਕੁ ਫੁੱਲ ਚੜਾਏ ਨੇ। ਫਿਰ ਸਾਨੂੰ ਪਤਾ ਲੱਗੇਗਾ ਅਸੀਂ ਕਿੰਨੇ ਵੱਡੇ ਫੈਨ ਹਾਂ। ਸੁਸਾਈਡ ਜਾਂ ਇਸ ਤਰ੍ਹਾਂ ਕਰਨ ਨਾਲ ਕੁਝ ਨਹੀਂ ਹੋਣਾ। ਨੌਜਵਾਨਾਂ ਨੂੰ ਅਪੀਲ ਹੈ, ਅੱਗੇ ਵਧੋ। ਉਸ ਤੋਂ
ਉਸ ਤੋਂ ਕੋਈ ਸਿੱਖੋ। ਜਿਵੇਂ ਉਹ ਕਹਿੰਦੇ ਨੇ ਕਿ ਕਿਸੇ ਦੀਆਂ ਲਾਈਨਾਂ ਨੇ, ਮਰਨ ਵਾਲੇ ਦੇ ਜਾਣ ਪਿੱਛੋਂ ਰੋਣ ਵਿੱਚ ਕੀ ਪਿਆ, ਮਰਨ ਵਾਲੇ ਵਰਗੇ ਹੋ ਜਾਓ, ਸਮਝੋ ਉਹ ਜੀ ਪਿਆ। ਜੀ ਚਲੋ ਰੁਕ ਕਰਦੇ ਹੁਣ ਪੰਜਾਬ ਦੀ ਰਾਜਨੀਤੀ ਵੱਲ। ਧਾਰਮਿਕ ਜਨਾ ਸਾਧੂ ਸਿੰਘ ਤੇ ਅੰਮ੍ਰਿਤ ਵੇਲੇ ਚੁੱਕ ਲਿਆ ਵਿਜੀਲੈਂਸ ਨੇ, 3 ਵਜੇ ਜੇਲ੍ਹ 'ਚ ਪਾਤਾ। ਕਹਿੰਦੇ ਰੁੱਖ ਲਾਉਣ ਦੇ ਵੀ ਪੈਸੇ ਲੈਂਦਾ ਸੀ, ਵੱਢਣ ਦੇ ਵੀ ਲੈਂਦਾ ਸੀ ਤੇ ਬਦਲੀਆਂ ਕਰਨ ਦੇ ਵੀ ਲੈਂਦਾ ਸੀ। ਲਗਾਤਾਰ ਖੁਲਾਸੇ ਹੋ ਰਹੇ ਨੇ, ਹੁਣ ਫਿਰ ਕੁਝ ਤੱਥ ਨਿਕਲ ਕੇ ਸਾਹਮਣੇ ਆਏ ਨੇ। ਜਦੋਂ ਸਾਧੂ ਸਿੰਘ ਧਰਮਸੋਤ ਦੇ ਕੇਸ ਦੀ ਗੱਲ ਕਰਨੀ ਤੇ ਮੈਨੂੰ ਕਾਗਜ਼ ਫੜਨਾ ਪੈਂਦਾ ਹੱਥ ਵਿੱਚ, ਕਿਉਂਕਿ ਇੰਨੀ ਜਾਣਕਾਰੀ ਆ ਰਹੀ ਹੈ। ਪਹਿਲੇ ਦਿਨ ਤਾਂ ਡਾਇਰੀ ਹੱਥ ਲੱਗੀ ਹੈ ਨਾ, ਡਾਇਰੀ ਬੇਸਮੈਂਟ ਜਿਹੜੀ ਠੇਕੇਦਾਰ ਨੇ ਲੁਕੋ ਕੇ ਰੱਖੀ ਹੋਈ ਸੀ, ਜਿਸ ਵਿੱਚ ਉਹ ਇਮਾਨਦਾਰੀ ਨਾਲ ਰਿਸ਼ਵਤ ਦੇ ਪੈਸੇ ਨੂੰ ਕਿਹਨੂੰ ਕਿੰਨਾ ਦੇਣਾ ਹੈ ਉਹ ਸੀ। ਫਿਰ ਹੁਣ ਕੁਝ ਹੋਰ, ਜੋ ਚਮਕੌਰ ਸਿੰਘ ਜੋ ਤਕਰੀਬਨ ਕਹਿੰਦੇ ਕਿ ਏਅਰਪੋਰਟ ਤੋਂ ਜਾਂਦੇ ਜਾਂਦੇ ਉਹ ਫੜੇ ਗਏ ਨੇ, OSD ਸਾਬਕਾ DFO ਵੀ, ਤੇ ਬਹੁਤ ਨਜ਼ਦੀਕੀ ਸਾਧੂ ਸਿੰਘ ਧਰਮਸੋਤ ਤੇ ਚਮਕੌਰ ਸਿੰਘ ਇੱਕੋ ਹੀ ਗੱਲ ਸੀ। ਚਮਕੌਰ ਸਿੰਘ ਕੀ ਦੱਸ ਰਹੇ ਨੇ, ਪਰ ਉਸ ਤੋਂ ਪਹਿਲਾਂ ਸਾਧੂ ਸਿੰਘ ਧਰਮਸੋਤ ਵੀ ਜਿਹੜੇ ਹਿਰਾਸਤ ਵਿੱਚ ਨੇ ਉਹ ਕੀ ਦੱਸ ਰਹੇ ਨੇ। ਧਰਮਸੋਤ ਸਾਹਿਬ ਨੇ ਮੌਨ ਧਾਰਿਆ ਹੋਇਆ, ਚੁੱਪ ਨੇ, ਉਹ ਕੁਝ ਨਹੀਂ ਦੱਸ ਰਿਹਾ ਤੇ ਉਹਨਾਂ ਕੋਲੋਂ ਹੁਣ ਧੱਕੇ ਨਾਲ ਤੇ ਪੁੱਛਣਾ ਨਹੀਂ। ਪਰ ਚਮਕੌਰ ਸਿੰਘ ਜਿਹੜੇ ਨੇ ਉਹ ਬਹੁਤ ਕੁਝ ਦੱਸ ਰਹੇ ਨੇ, ਬਕੌਲ ਵਿਜੀਲੈਂਸ ਤੇ ਬਕੌਲ ਚਮਕੌਰ ਸਿੰਘ। ਰੋਪੜ, ਨਵਾਂਸ਼ਹਿਰ, ਹੁਸ਼ਿਆਰਪੁਰ, ਪਠਾਨਕੋਟ, ਇਹ 4 ਜ਼ਿਲ੍ਹੇ ਨੇ। ਮੇਰਾ ਆਪਣਾ ਜ਼ਿਲ੍ਹਾ ਵੀ ਇਹਨਾਂ ਦੇ ਵਿੱਚੋਂ ਹੀ ਹੈ। ਇਹਨਾਂ ਦੇ ਨਾਲ ਇੱਕ ਖਾਸੀਅਤ ਹੈ ਕਿ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਲ ਲੱਗਦਾ ਹੈ। ਚੰਡੀਗੜ੍ਹ ਤੋਂ ਜਿਉਂ ਤੁਰਦਾ ਹੈ ਏਰੀਆ ਤੇ ਪਠਾਨਕੋਟ ਤੱਕ ਇਸ ਦੀ ਰੇਂਜ ਹੈ, ਜੰਮੂ ਕਸ਼ਮੀਰ ਦੇ ਬਾਰਡਰ ਤੱਕ। ਇਹ ਸੜਕ ਜਿਹੜੀ ਨਾਲ ਦੀ ਜਾਂਦੀ ਹੈ, ਇਸ ਦੇ ਉੱਪਰਲੇ ਏਰੀਆ ਨੂੰ ਕੰਢੀ ਏਰੀਆ ਕਹਿ ਦਿੰਦੇ ਨੇ, ਜੋ ਪਹਾੜਾਂ ਵੱਲ ਦਾ ਹੈ। ਦੂਸਰਾ ਆਮ ਏਰੀਆ ਮੈਦਾਨੀ ਹੈ, ਭਾਵੇਂ ਇੱਧਰ ਵੀ ਮੈਦਾਨੀ ਏਰੀਆ ਬਹੁਤ ਹੈ, ਪਰ ਜੰਗਲਾਤ ਸਭ ਤੋਂ ਵੱਧ ਇਹਨਾਂ 4 ਜ਼ਿਲ੍ਹਿਆਂ ਦੇ ਵਿੱਚ ਹੈ। ਰੋਪੜ, ਨਵਾਂਸ਼ਹਿਰ, ਹੁਸ਼ਿਆਰਪੁਰ, ਪਠਾਨਕੋਟ। ਤੇ ਇਹਨਾਂ ਜ਼ਿਲ੍ਹਿਆਂ ਦੀ ਡਿਮਾਂਡ ਸਭ ਤੋਂ ਵੱਧ ਸੀ ਸਾਧੂ ਸਿੰਘ ਧਰਮਸੋਤ ਦੇ ਟਾਈਮ ਤੇ ਕਿ DFO ਡਿਸਟ੍ਰਿਕਟ ਫੋਰੈਸਟ ਆਫਿਸਰ ਕਿਹਨੇ ਲੱਗਣਾ, ਜ਼ਿਲ੍ਹਾ ਜੰਗਲਾਤ ਅਫਸਰ। ਗੁਰਮਨ ਸਿੰਘ ਜਿਹੜਾ ਫੜਿਆ ਗਿਆ ਉਹ ਰੋਪੜ ਦੇ ਸੀ। ਹੁਣ ਇਸ ਵਿੱਚ ਇਹਨਾਂ ਜ਼ਿਲ੍ਹਿਆਂ 'ਚ DFO ਲੱਗਣ ਵਾਸਤੇ 10 ਤੋਂ 20 ਲੱਖ ਰੁਪਏ ਦੀ ਬੋਲੀ ਲੱਗਦੀ ਸੀ। ਜਿਹੜੇ ਮਾਲਵੇ 'ਚ ਜਾਂ ਹੋਰ ਕਿਤੇ ਜਿਹੜੇ DFO ਲੱਗਣੇ ਹੁੰਦੇ ਨੇ, ਉਹਨਾਂ ਵਿੱਚ 5 ਤੋਂ 7 ਲੱਖ। ਸਾਧੂ ਸਿੰਘ ਜਿਹਨੇ ਜਿਹੜੀ ਮੌਨ ਧਾਰਿਆ ਹੋਇਆ ਹੈ, ਉਸ ਵਿੱਚੋਂ ਕੁਝ ਨਹੀਂ ਨਿਕਲ ਕੇ ਆ ਰਿਹਾ, ਪਰ ਉਹ ਹੁਣ ਕੰਪੈਰੀਜ਼ਨ ਕਿਸੇ ਤਰੀਕੇ ਹੋਵੇਗਾ। ਫਤਿਹਗੜ੍ਹ ਸਾਹਿਬ, ਪਟਿਆਲਾ, ਹਿਮਾਚਲ, UP ਦੇ ਵਿੱਚ ਜਾਇਦਾਦਾਂ ਦਾ ਪਤਾ ਲੱਗਾ ਧਰਮਸੋਤ ਸਾਹਿਬ ਦੀਆਂ, ਕਿ ਇਹ ਚਮਕੌਰ ਸਿੰਘ ਨੇ ਦੱਸ ਦਿੱਤੀਆਂ ਨੇ ਕਿ ਆ ਉਹਨਾਂ ਦੀਆਂ ਜਾਇਦਾਦਾਂ ਨੇ। ਟੱਬਰ ਕਹਿੰਦਾ ਸੀ ਅਸੀਂ ਗਰੀਬ ਹਾਂ ਤੇ ਸਾਨੂੰ ਤਾਂ ਟਾਰਗੇਟ ਕਰ ਰਹੀ ਪੰਜਾਬ ਸਰਕਾਰ ਜੀ। ਉਹਨਾਂ ਦਾ ਹੁਣ ਰੋਜ਼ ਮੈਡੀਕਲ ਹੋ ਰਿਹਾ, ਵਕੀਲ ਨੂੰ ਵੀ ਮਿਲਣ ਦਿੱਤਾ ਜਾ ਰਿਹਾ, ਪਰ ਸਹਿਯੋਗ ਵਿਜੀਲੈਂਸ ਕਹਿ ਰਿਹਾ ਕਿ ਉਹ ਨਹੀਂ ਕਰ ਰਿਹਾ। ਚਮਕੌਰ ਸਿੰਘ ਕੋਲੋਂ ਕੀ ਖੁਲਾਸੇ ਹੋਣਗੇ, ਉਹਨਾਂ ਵਿੱਚੋਂ ਇੱਕ ਹੋਰ ਵੀ ਖੁਲਾਸਾ ਮੈਂ ਤੁਹਾਨੂੰ ਦੱਸਦਾ। ਜੰਗਲਾਤ ਵਿੱਚ ਇਕੱਲੇ ਦਰਖਤਾਂ ਦਾ ਹੀ ਨਹੀਂ, ਜੰਗਲਾਤ ਵਾਸਤੇ ਫੰਡਸ ਬਹੁਤ ਆਉਂਦੇ ਨੇ। ਬਦਲੀਆਂ ਦੇ ਪੈਸੇ ਕਿੰਨੇ ਸੀ ਉਹ ਤੁਹਾਨੂੰ ਮੈਂ ਦੱਸ ਦਿੱਤੇ ਨੇ। ਨਾਲ ਦੀ ਨਾਲ ਜੰਗਲਾਤ ਦੇ ਵਿੱਚ ਸੜਕਾਂ ਵੀ ਬਣੀਆਂ ਹੋਈਆਂ ਨੇ। ਉਹਨਾਂ ਸੜਕਾਂ ਵਾਸਤੇ ਤੇ ਜੇ ਕੋਈ ਇਮਾਰਤਾਂ ਬਣਨੀਆਂ ਨੇ ਜੰਗਲਾਤ ਦੇ ਏਰੀਏ ਦੇ ਵਿੱਚ, ਪ੍ਰਾਈਵੇਟ ਜਿਹੜੀਆਂ ਪ੍ਰੋਪਰਟੀਜ਼ ਨੇ, ਉਹਨਾਂ ਵਾਸਤੇ ਵੀ NOC ਲੈਣੀ ਪੈਂਦੀ ਹੈ। ਤੁਸੀਂ ਐਵੇਂ ਨਹੀਂ ਕੁਝ ਵੀ ਉਸਾਰ ਸਕਦੇ। ਇੱਥੇ ਪਤਾ ਨਹੀਂ ਕਿੰਨੇ ਉਸਰੇ ਹੋਏ ਨੇ, ਫਾਰਮ ਹਾਊਸ ਬਣੇ ਹੋਏ ਨੇ, ਮੈਂ ਤੁਹਾਨੂੰ ਖੁਦ ਦਿਖਾ ਸਕਦਾ। ਉਹਨਾਂ ਨੂੰ NOC ਜਾਰੀ ਕਿਸ ਤਰ੍ਹਾਂ ਹੁੰਦੀ ਸੀ? NOC ਜਾਰੀ ਕਰਨ ਵਾਸਤੇ 5 ਤੋਂ 10 ਲੱਖ ਰੁਪਈਆ ਤੈਅ ਕੀਤਾ ਹੋਇਆ ਸੀ, ਡਿਪੈਂਡਿੰਗ ਅਪੋਨ ਕਿ ਕਿੰਨੀ ਕੁ ਜ਼ਰੂਰੀ NOC ਹੈ। ਸੜਕਾਂ ਬਣਾਉਣ ਲਈ NOCs, ਉਹਦੀ ਵੀ ਇੰਨੀ ਫੀਸ। ਹੁਣ ਤੱਕ 42 ਦੇ ਕਰੀਬ ਮੋਟੀਆਂ ਬਦਲੀਆਂ, ਛੋਟੀਆਂ ਮੋਟੀਆਂ ਨਹੀਂ, ਮੋਟੀਆਂ ਬਦਲੀਆਂ ਕੀਤੀਆਂ ਗਈਆਂ। 156 NOC ਜਾਰੀ ਕੀਤੀਆਂ ਗਈਆਂ ਤੇ ਜੋ ਛੋਟੇ ਮੋਟੇ ਪਰਮਿਟ ਹੁੰਦੇ ਸੀ ਦਰਖਤ ਵੱਢਣ ਦੇ ਜਾਂ ਹੋਰ, ਜਾਂ ਉਹਨਾਂ ਦੀ 50 ਲੱਖ ਤੋਂ ਲੈ ਕੇ 20 ਕਰੋੜ ਤੱਕ ਦੀ ਜਿਹੜੀ ਅਮਾਊਂਟ ਹੈ ਉਹ ਉਗਰਾਈ ਜਾਂਦੀ ਹੈ ਠੇਕੇਦਾਰਾਂ ਤੋਂ ਤੇ ਹੋਰਨਾਂ ਤੋਂ। ਅਕਸਰ ਅਸੀਂ ਗੱਲ ਕਰਦੇ ਹਾਂ, ਕਈ ਵਾਰੀ ਸਾਡੇ ਇਕੋਨੋਮਿਸਟ ਤੇ ਹੋਰ ਸਾਡੇ ਪੰਜਾਬ ਵਿੱਚ ਕੋਈ ਇੰਡਸਟਰੀ ਨਹੀਂ ਹੈ, ਇੱਥੇ ਨੌਜਵਾਨਾਂ ਲਈ ਰੁਜ਼ਗਾਰ ਨਹੀਂ ਹੈ। ਅੱਜ ਮਾਤਾ ਚਰਨ ਕੌਰ ਨੇ ਵੀ ਕਿਹਾ ਕਿ ਦਰਖਤ ਲਾਓ। ਗੱਲ ਛੋਟੀ ਨਹੀਂ ਹੈ, ਮਾੜਾ ਜਿਹਾ ਗੌਰ ਨਾਲ ਸੋਚੀਏ। ਤੇ ਇੱਧਰ ਜੰਗਲਾਤ ਮਹਿਕਮਾ ਅਰਬਾਂ ਖਰਬਾਂ ਦੀ ਲੱਕੜ ਜਿਹੜੀ ਹੈ ਉਹ ਅਜਾਈ ਵੱਢ ਕੇ ਸਿੱਟ ਦਿੱਤੀ, ਉਹ ਕਿਸੇ ਦੀ ਜੇਬ 'ਚ ਨਾ ਪਏ।
ਮੈਂ ਤੁਹਾਨੂੰ ਦਿਖਾ ਸਕਦਾ 50-50 ਸਾਲ ਪੁਰਾਣੇ ਸਫੈਦੇ ਦੇ ਦਰਖਤ ਬਹੁਤ ਬੜੇ ਸਾਈਜ਼ ਦੇ ਲੱਗੇ ਹੋਏ ਨੇ ਸੜਕਾਂ ਤੇ, ਪਿੰਡਾਂ ਦੇ ਵਿੱਚ ਤੇ ਛੋਟੇ ਕਸਬਿਆਂ ਨੂੰ ਜਿਹੜੀਆਂ ਜਾਂਦੀਆਂ ਸੜਕਾਂ ਨੇ, ਉਹਨਾਂ ਨੂੰ ਜੇ ਵੱਢ ਕੇ ਉਸੇ ਸੜਕ ਤੇ ਲਾ ਦਿੱਤਾ ਜਾਵੇ ਤੇ 4 ਲੇਨ ਹਾਈਵੇ ਬਣ ਸਕਦਾ ਹੈ। ਪਰ ਉਹ ਜਾਂਦੇ ਕਿੱਥੇ ਨੇ? ਇਸ ਤਰ੍ਹਾਂ ਹਿੱਸੇਦਾਰੀਆਂ ਨਿਕਲਦੀਆਂ ਨੇ। ਬੜੀ ਸ਼ਰਮ ਦੀ ਗੱਲ ਹੈ ਕਿ ਸਭ ਕੁਝ ਹੁੰਦੇ ਹੋਏ ਸਾਨੂੰ ਮੰਗਤੇ ਤੇ ਘਸਿਆਰੇ ਬਣਾ ਦਿੱਤਾ ਗਿਆ। ਸਾਨੂੰ ਦਿੱਲੀ ਦੀਆਂ ਬਰੂਹਾਂ ਤੇ 2 ਸਾਲ ਰੋਲਣਾ ਪਿਆ, ਅਜੇ ਵੀ ਰੋਲਣਾ ਪਏਗਾ ਸਾਨੂੰ ਜੇ ਇਹੋ ਜਿਹੇ ਕੰਮਾਂ ਨੂੰ ਨੱਥ ਨਾ ਪਾਈ। ਤੇ ਸਾਡੀ ਕਾਂਗਰਸ ਪਾਰਟੀ ਕੀ ਕਰ ਰਹੀ ਹੈ? ਇਹ ਵਿੰਡਿਕਟਿਵ ਪੋਲੀਟਿਕਸ ਆ, ਬਦਲਾ ਲਓ ਰਾਜਨੀਤੀ ਹੈ। ਭਾਈ ਤੁਸੀਂ ਇਸ ਸਿਸਟਮ 'ਚ ਬਿਲੀਵ ਨਹੀਂ ਕਰਦੇ? ਤੁਹਾਡੇ ਕੋਲ ਵੀ ਤੇ ਤੁਸੀਂ ਨਵਜੋਤ ਸਿੰਘ ਸਿੱਧੂ, ਪ੍ਰਗਟ ਸਿੰਘ ਤੇ ਹੋਰ ਕਈਆਂ ਨੇ ਆਵਾਜ਼ਾਂ ਉਠਾਈਆਂ ਸੀ ਕਿ ਫਲਾਨਾ ਕੰਮ ਗਲਤ ਹੋ ਰਿਹਾ। ਤੁਹਾਨੂੰ ਉਹ ਰਿਕਾਰਡਿੰਗਾਂ ਦਾ ਨਹੀਂ ਪਤਾ ਜਦੋਂ ਤੁਹਾਡੇ ਰਾਜ ਦੇ ਵਿੱਚ ਇੱਕ ਪਿੰਡ ਦਾ ਸਰਪੰਚ ਇੱਕ ਪੁਲਿਸ ਅਫਸਰ ਨੂੰ ਫੋਨ ਕਰਦਾ ਹੈ ਕਿ ਆਹ ਦੇਖੋ ਜੀ ਸਾਡੇ ਪਿੰਡ ਮਾਈਨਿੰਗ ਹੋ ਰਹੀ ਹੈ ਰਾਤ ਨੂੰ ਇਸ ਵੇਲੇ, ਤੂੰ ਕੌਣ ਆ ਓਏ? ਮੈਂ ਪਰਚਾ ਕਰੂੰ ਤੇਰੇ ਤੇ, ਤੂੰ ਮੈਨੂੰ ਰਾਤ ਨੂੰ ਫੋਨ ਕਿੱਦਾਂ ਕੀਤਾ? ਤੁਹਾਡਾ MLA ਇੱਕ SDO ਨੂੰ ਗੰਦੀਆਂ ਗਾਲਾਂ ਕੱਢ ਰਿਹਾ, ਤੂੰ ਫਲਾਣੇ ਦੀ ਸ਼ਿਕਾਇਤ ਤੇ ਤੂੰ ਆ ਕਿਉਂ ਨਹੀਂ ਕੀਤਾ? ਇੱਕ MLA SHO ਨੂੰ ਕਹਿ ਰਿਹਾ ਕਿ ਬੋਰੀਆ ਬਿਸਤਰਾ ਬੰਨ ਲਾ, ਤੂੰ ਰੱਬ ਤਾਂ ਨਹੀਂ ਲੱਗੀ ਹੋਈ। ਇਹ ਗੱਲਾਂ ਕਿੱਥੋਂ ਨਿਕਲ ਕੇ ਆਈਆਂ? ਤੁਸੀਂ ਕਾਰਵਾਈ ਕਿਉਂ ਨਾ ਕੀਤੀ? ਉਹ ਗੱਲਾਂ ਝੂਠੀਆਂ ਤੇ ਨਹੀਂ, ਜਾਂ ਤਾਂ ਤੁਸੀਂ ਉਹਨਾਂ ਨੂੰ ਨਕਾਰ ਦਿੰਦੇ ਸਿਰੇ ਤੋਂ ਕਿ ਸਾਡੀ ਤੇ ਆਵਾਜ਼ ਨਹੀਂ, ਉਹ ਸਾਡੇ MLA ਦੀ, ਸਾਡੇ ਕਿਸੇ ਅਫਸਰ ਦੀ ਆਵਾਜ਼ ਨਹੀਂ। ਉਹ ਮਾਈਨਿੰਗ ਰੱਜ ਕੇ ਹੋਈ ਹੈ। ਮਾਈਨਿੰਗ ਦੇ ਮਾਮਲੇ ਵਿੱਚ ਵੀ ਇੱਕ ਵੱਡਾ ਬੰਦਾ ਫੜਿਆ ਗਿਆ, ਅੱਜ ਕੱਲ੍ਹ ਦੇ ਵਿੱਚ ਹੀ ਡਿਟੇਲ ਆ ਰਹੀ ਹੈ ਜੀ। ਰੋਜ਼ ਦੇ ਔਨ ਐਨ ਐਵਰੇਜ 2 4 6 ਅਫਸਰ ਸਸਪੈਂਡ ਹੋ ਰਹੇ ਨੇ। ਇੰਨੇ ਗਲਤ ਕੰਮ ਹੋਏ ਨੇ। ਇਸ ਗੱਲ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ ਕਿ ਲੁੱਟਿਆ ਪੁੱਟਿਆ ਗਿਆ ਪੰਜਾਬ ਨੂੰ। ਇਹ ਵੱਖਰੀ ਗੱਲ ਹੈ ਕਿ ਅੱਜ ਅਸੀਂ ਅੱਖਾਂ ਤੇ ਪੱਟੀ ਬੰਨ੍ਹ ਕੇ ਤੇ ਅਸੀਂ ਕਹਿ ਦਿੰਦੇ ਨਹੀਂ ਇਹ ਬਦਲਾ ਲਓ ਰਾਜਨੀਤੀ ਹੋ ਰਹੀ ਹੈ। ਵਾਕਿਆ ਹੀ ਲੁੱਟਿਆ ਗਿਆ ਸਾਨੂੰ ਜੀ। ਮੈਂ ਨਹੀਂ ਕਹਿੰਦਾ ਕਿ ਸਾਰਾ ਕਸੂਰ ਇਹਨਾਂ ਦਾ, ਇਹ ਸਿਰਫ ਇੱਕ ਟਿਪ ਆਫ ਦਾ ਆਈਸਬਰਗ ਹੈ ਜਿਹੜਾ ਉਹ ਲਫ਼ਜ਼ ਅਮਰਿੰਦਰ ਸਿੰਘ ਵਰਤਦੇ ਨੇ ਨਾ ਕਿ BJP ਚਲੇ ਜਾਏਗਾ, ਟਿਪ ਆਫ ਦਾ ਆਈਸਬਰਗ ਹੈ। ਉਹਨਾਂ ਦੀ ਆਪਣੀ ਸਮੱਸਿਆ ਹੈ, ਉਹ ਹੋਰ ਪੁਆਇੰਟ ਆਫ ਵਿਊ ਤੋਂ ਦੇਖ ਰਹੇ ਨੇ। ਅੱਜ ਕੱਲ੍ਹ ਇੰਗਲੈਂਡ ਦੀ ਹਵਾ ਠੰਡੀ ਦੇ ਵਿੱਚ ਬੈਠੇ ਹੋਏ ਨੇ, ਗਰਮੀ ਬਹੁਤ ਹੈ ਇੱਥੇ। ਪਰ ਡਿਟੇਲ ਦਰਸ਼ਕਾਂ ਨਾਲ ਅਸੀਂ ਇੱਕ ਅੱਧੇ ਦਿਨ 'ਚ ਉਹ ਵੀ ਸਾਂਝੀ ਕਰਨੀ ਹੈ ਜੋ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਵਾਲੀ ਹੈ ਜੀ। ਸਾਡੇ ਕੋਲ ਉਸ ਦੀ ਅੱਧੀ ਕੁ ਡਿਟੇਲ ਆ ਚੁੱਕੀ ਹੈ, ਬਾਕੀ ਅਸੀਂ ਲੱਭ ਰਹੇ ਹਾਂ। ਜਿੱਦਣ ਉਹ ਆ ਗਏ ਬਾਕੀ ਸਾਂਝੀ ਕਰਾਂਗੇ ਜੀ। ਅਗਲੇ ਮੁੱਦੇ ਵੱਲ ਰੁਖ ਕਰਦੇ ਹਾਂ। ਸਵੇਰੇ ਇੱਕ ਖਬਰ ਆ ਗਈ ਵੀ ਅੱਜ 2 ਵਜੇ ਨਾ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਉਹਨਾਂ ਨੇ ਇੱਕ ਇਤਿਹਾਸਕ ਫੈਸਲਾ ਲੈਣਾ, ਪੰਜਾਬ ਦੇ ਹਿੱਤ ਦੇ ਨਾਲ ਜੁੜਿਆ ਹੋਇਆ ਫੈਸਲਾ ਲੈਣਾ, ਪੰਜਾਬੀਆਂ ਦੇ ਨਾਲ ਕੀਤਾ ਹੋਇਆ ਇੱਕ ਵਾਅਦਾ ਪੂਰਾ ਕਰਨਾ ਉਹਨਾਂ ਨੇ। 2 ਵਜੇ ਫਿਰ ਭਗਵੰਤ ਮਾਨ ਸਿੰਘ ਲਾਈਵ ਹੁੰਦੇ ਨੇ ਤੇ ਉਹ ਕਹਿੰਦੇ ਨੇ ਕਿ ਸਰਕਾਰੀ ਜਿਹੜੀਆਂ ਵੋਲਵੋ ਬੱਸਾਂ ਨੇ ਨਾ ਹੁਣ ਉਹ ਦਿੱਲੀ ਏਅਰਪੋਰਟ 'ਚ ਜਾਣਗੀਆਂ। ਸਵਾਲ ਮੇਰਾ ਇਹ ਆ ਵੀ ਕੀ ਕੁਝ ਬਦਲ ਜੂ ਹੁਣ? ਬਹੁਤਾ ਕੁਝ ਨਹੀਂ। ਇਹ ਇੱਕ ਜਿਵੇਂ ਕੁਝ ਕੰਮ ਇਹੋ ਜਿਹੇ ਕਰਨੇ ਪੈਂਦੇ ਨੇ ਸਰਕਾਰਾਂ ਨੂੰ ਕਿ ਉਹਨਾਂ ਨੂੰ ਉਹ ਦਿਖਾਉਣਾ ਪੈਂਦਾ ਕਿ ਅਸੀਂ ਆਹ ਵੀ ਕਰ ਰਹੇ ਹਾਂ। ਇੱਕ ਤਾਂ ਗੱਲ ਇਹ ਹੈ ਕਿ ਜਿਹੜੀਆਂ ਬੱਸਾਂ ਦਾ ਨਾਮ ਲੈ ਕੇ ਪੋਲੀਟਿਕਸ ਹੋਈ, ਚੱਲੀ ਤੇ ਚੱਲ ਰਹੀ ਹੈ ਜੀ, ਉਹਨਾਂ ਦੇ ਕੰਮ ਦੇ ਵਿੱਚ ਕੋਈ ਰੁਕਾਵਟ ਨਹੀਂ ਪਈ। ਇਹ ਗੱਲ ਸਮਝ ਲੈਣੀ ਚਾਹੀਦੀ ਸਾਨੂੰ। ਰਾਜਾ ਵੜਿੰਗ ਨੇ ਵੀ ਜ਼ੋਰ ਲਾ ਲਿਆ, ਅੱਜ ਵੀ ਚੱਲ ਰਹੀਆਂ ਨੇ ਤੇ ਧੜੱਲੇ ਨਾਲ ਚੱਲ ਰਹੀਆਂ ਨੇ। ਕੀ ਉਹਨਾਂ ਦੇ ਪਰਮਿਟ ਸਹੀ ਨੇ ਜਾਂ ਰੌਲਾ ਹੀ ਜ਼ਿਆਦਾ ਸੀ ਜਾਂ ਉਹਨਾਂ ਨੇ ਕਿਸੇ ਦਾ ਨੁਕਸਾਨ ਕੀਤਾ? ਹਾਂ, ਗੱਲਾਂ ਉਹ ਇੱਕ ਵੱਖਰੇ ਮੁੱਦੇ ਨੇ। ਉਹ ਇੱਕ ਪਰਿਵਾਰ ਦੀ ਇਜਾਰੇਦਾਰੀ ਵਾਲੀਆਂ ਬੱਸਾਂ ਨੇ, ਉਹ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਮੁਸਾਫਰ ਚੁੱਕਦੀਆਂ ਨੇ ਤੇ ਏਅਰਪੋਰਟ ਤੇ ਤੁਹਾਨੂੰ ਉੱਥੇ ਜਾ ਕੇ ਲਾਉਂਦੀਆਂ ਨੇ ਜਿੱਥੇ ਤੁਸੀਂ ਅੰਦਰ ਵੜ ਜਾਣਾ ਹੁੰਦਾ ਏਅਰਪੋਰਟ ਤੇ ਜਾਂ ਨਿਕਲ ਕੇ ਬਾਹਰ ਆਉਣਾ ਹੁੰਦਾ। ਅੱਜ ਵੀ ਮਾਨ ਸਾਹਿਬ ਨੇ ਇਹ ਕਿਹਾ ਵੀ ਉਹਦੇ ਨਾਲੋਂ ਸਸਤਾ ਸਫ਼ਰ ਮਿਲੂਗਾ, ਗੱਲ ਉਹਦੀ ਦੂਜੀ ਨਹੀਂ ਕੀਤੀ। 2600 ਤੋਂ ਲੈ ਕੇ 1400 ਤੱਕ ਸਫ਼ਰ ਹੈ। 1400 ਜਿਹੜੇ ਪ੍ਰਾਈਵੇਟ ਆਪਰੇਟਰਾਂ ਵੱਲੋਂ ਚਲਾਈਆਂ ਜਾਂਦੀਆਂ ਨੇ। ਮਾਨ ਸਾਹਿਬ ਨੇ ਕਿਹਾ ਕਿ ਵੋਲਵੋ ਕੰਪਨੀ ਦੀਆਂ ਬੱਸਾਂ ਹੋਣਗੀਆਂ। ਉਹ ਜਿਹੜਾ ਸਸਪੈਂਸ਼ਨ ਰਾਈਡ ਦੂਸਰੀ ਹੁੰਦੀ ਹੈ ਉਹਨਾਂ ਦੇ ਵਿੱਚ ਕੰਫਰਟੇਬਲ ਹੁੰਦੀਆਂ ਨੇ, ਵੱਡੀਆਂ AC ਵਗੈਰਾ ਵਧੀਆ ਹੁੰਦਾ ਸਾਰਾ ਕੁਛ, ਸਪੀਡ ਵੀ ਬਹੁਤ ਹੁੰਦੀ ਆ, ਛੇਤੀ ਪਹੁੰਚਾਉਣਗੀਆਂ। ਪਰ ਕੀ ਉਹ ਏਅਰਪੋਰਟ 'ਤੇ ਉੱਥੇ ਪਹੁੰਚਾਉਣਗੀਆਂ ਜਿੱਥੋਂ ਕੰਫਰਟੇਬਲ ਹੋ ਕੇ ਆਪਣਾ ਸਮਾਨ ਚੁੱਕ ਕੇ ਕਿਸੇ ਨੇ ਜਹਾਜ਼ ਫੜ ਲੈਣਾ ਅਤੇ ਉਤਰ ਕੇ ਬੱਸ ਦੇ ਵਿੱਚ ਬਹਿ ਜਾਣਾ? ਇਹ ਗੱਲ ਕਲੀਅਰ ਨਹੀਂ ਹੈ ਅਜੇ। ਇਹ ਸਵਾਲ NRIਆਂ ਨੇ ਪੁੱਛਣਾ ਹੈ ਕਿ ਇਹ ਦੱਸੋ ਕਿ ਉਹ ਬੱਸਾਂ ਕਿੱਥੋਂ ਚੱਕ ਰਹੀਆਂ ਨੇ ਅਤੇ ਕਿੱਥੇ ਲਾਹ ਰਹੀਆਂ ਨੇ। ਬਹਰਹਾਲ ਅਜੇ ਪੰਜਾਬ ਦੇ 5-6 ਜ਼ਿਲ੍ਹਿਆਂ ਦੇ ਵਿੱਚੋਂ, ਜਿਨ੍ਹਾਂ ਵਿੱਚੋਂ ਚੰਡੀਗੜ੍ਹ ਹੈ, ਜਲੰਧਰ ਹੈ, ਹੁਸ਼ਿਆਰਪੁਰ ਹੈ, ਕਪੂਰਥਲਾ, ਪਟਿਆਲਾ, ਇਹੋ ਜਿਹੇ ਸ਼ਹਿਰਾਂ ਦੇ ਵਿੱਚੋਂ ਬੱਸਾਂ ਚਲਾਉਣ ਦੀ ਤਜਵੀਜ਼ ਜਿਹੜੀ ਹੈ ਪਠਾਨਕੋਟ ਵੀ ਰੱਖੀ ਗਈ ਹੈ। ਉੱਥੋਂ ਸ਼ੁਰੂ ਹੋ ਰਹੀਆਂ ਨੇ। ਗੱਲ ਚੰਗੀ ਹੈ, ਇਨੀਸ਼ੀਏਟਿਵ ਚੰਗਾ ਹੈ, ਪਰ ਇਹ ਸਹੀ ਕਿਵੇਂ ਚੱਲੇਗਾ? ਬਹੁਤ ਵਾਰੀ ਦੇਖਣ 'ਚ ਮਿਲਿਆ ਜਿਹੜੇ ਦਿੱਲੀ 'ਚ ਜਿਨ੍ਹਾਂ ਨੇ
ਪੰਜਾਬੀਆਂ ਨੇ ਬੱਸਾਂ 'ਚ ਸਫ਼ਰ ਕੀਤਾ ਹੋਵੇਗਾ ਦਿੱਲੀ ਨੂੰ, ਸਰਕਾਰੀ ਬੱਸਾਂ 'ਚ ਵੈਸੇ ਜਾਣ ਲਈ, ਏਅਰਪੋਰਟ ਨਹੀਂ, ਉਹ ਦੱਸ ਸਕਦੇ ਨੇ ਕਿ ਮਿਲੀ ਭੁਗਤ ਦੇ ਨਾਲ ਉਹਨਾਂ ਢਾਬਿਆਂ ਤੇ ਬੱਸਾਂ ਰੋਕੀਆਂ ਜਾਂਦੀਆਂ ਸੀ ਜਿੱਥੇ ਨਿਰੀ ਲੁੱਟ-ਖਸੁੱਟ ਹੁੰਦੀ ਸੀ ਤੇ ਮਾੜਾ ਖਾਣਾ ਮਿਲਦਾ ਸੀ, ਖੱਜਲ ਖੁਆਰ ਕੀਤਾ ਜਾਂਦਾ ਸੀ ਲੋਕਾਂ ਨੂੰ। ਮਾੜੀਆਂ ਬੱਸਾਂ। ਹੁਣ ਇਹ ਕੁਆਲਿਟੀ ਜਿਹੜੀ ਪ੍ਰੋਡਿਊਸ ਕਰਨ ਦੀ ਗੱਲ ਕੀਤੀ ਹੈ ਭਗਵੰਤ ਮਾਨ ਸਾਹਿਬ ਨੇ, ਇਹ ਕਿੰਨਾ ਟਾਈਮ ਹੋਵੇਗੀ ਤੇ ਕੀ ਏਅਰਪੋਰਟ ਤੇ ਸਹੀ ਮਸਲਾ ਹੱਲ ਕਰ ਸਕਣਗੀਆਂ? ਲੋਕਾਂ ਦੀ ਜਾਨ ਤੇ ਮਾਲ ਦੀ ਕਿੰਨੀ ਕੇਅਰ ਕੀਤੀ ਜਾਵੇਗੀ? ਆਨਲਾਈਨ ਬੁਕਿੰਗ ਦਾ ਸਿਸਟਮ ਜਿਹੜਾ ਉਹ ਕਰ ਦਿੱਤਾ ਗਿਆ ਹੈ ਤੇ ਬਚੇਗਾ ਕੀ ਇਸ ਵਿੱਚੋਂ ਸਰਕਾਰ ਨੂੰ, ਉਹ ਵੀ ਦੇਖਣਾ ਬਣਦਾ ਹੈ। ਪਰ ਨਾਲ ਦੀ ਨਾਲ ਮੈਂ ਸਮਝਦਾ NRIਆਂ ਨੂੰ ਜਾਣਾ ਤਾਂ ਪਏਗਾ ਦਿੱਲੀ ਅਜੇ ਜਹਾਜ਼ ਫੜਨ ਲਈ ਤੇ ਜਹਾਜ਼ ਤੋਂ ਉਤਰ ਕੇ ਘਰ ਆਉਣ ਲਈ, ਪਰ ਅਸਲੀ ਮਸਲਾ ਤੇ ਹੱਲ ਉਦੋਂ ਹੋਣਾ ਜਦੋਂ ਮੋਹਾਲੀ ਤੇ ਅੰਮ੍ਰਿਤਸਰ ਫਲਾਈਟਾਂ ਆਉਣ ਲੱਗੀਆਂ। ਸਾਰੀ ਦਿੱਲੀ ਦਾ ਧੂਆਂ ਤੁਸੀਂ ਆਪਣੇ ਉਹ ਜਿਹੜਾ ਸਰੀਰ ਤੇ ਲੈ ਕੇ ਤੇ ਉਹ ਸਾਹ ਲੈ ਕੇ ਉਸ ਦੇ ਵਿੱਚੋਂ ਤੁਸੀਂ ਜਾਂ ਘਰ ਨੂੰ ਆਉਂਦੇ ਹੋ ਜਾਂ ਜਹਾਜ਼ ਵਿੱਚ ਬੈਠਦੇ ਹੋ। ਲੋੜ ਕੀ ਹੈ ਸਾਨੂੰ? ਰਸ਼ ਘਟੇਗਾ ਹਾਈਵੇ ਤੇ। ਇਹ ਫਲਾਈਟਾਂ ਵੱਲ ਸਰਕਾਰ ਧਿਆਨ ਦੇਵੇ। ਹੁਣ ਹਾਸੋਹੀਣੀ ਗੱਲ ਉਦੋਂ ਹੋ ਜਾਂਦੀ ਜਦੋਂ ਕੁਝ ਜਿਹੜੀ ਸਰਕਾਰ ਹੈ ਉਹਦੇ ਮੈਂਬਰ ਹੀ ਕਹਿਣ ਲੱਪਣ ਇੱਥੋਂ ਫਲਾਈਟਾਂ ਸ਼ੁਰੂ ਕੀਤੀਆਂ ਜਾਣ। ਕੰਨੋ ਕੰਨੀ ਗੱਲ ਕਿਸੇ ਨੂੰ ਪਤਾ ਨਾ ਲੱਗੇ। ਸੋਮ ਪ੍ਰਕਾਸ਼ ਜੀ ਨੇ ਕਹਿ ਦਿੱਤਾ ਕਿ ਉਹ ਸੋਮ ਪ੍ਰਕਾਸ਼ ਜੀ ਇੱਥੇ ਬਿਆਨ ਦੇਣ ਦਾ ਤਾਂ ਕੋਈ ਮਤਲਬ ਨਹੀਂ, ਤੁਸੀਂ ਗੱਲ ਕਰੋ ਦਿੱਲੀ ਦਰਬਾਰ ਦੇ ਵਿੱਚ। ਤੁਸੀਂ ਪ੍ਰਮੁੱਖ ਤੌਰ ਤੇ ਤੁਹਾਨੂੰ ਮੋਹਰੇ ਕੀਤਾ ਹੋਇਆ ਸੀ ਜਦੋਂ ਕਿਸਾਨਾਂ ਨਾਲ ਵਿਗਿਆਨ ਭਵਨ ਦੇ ਵਿੱਚ ਗੱਲ ਚੱਲ ਰਹੀ ਸੀ ਜੀ। ਇਹਦਾ ਮਤਲਬ ਸੇ ਹੈ ਤੁਹਾਡੀ, ਸਾਬਕਾ ਅਫਸਰ ਹੋ ਤੁਸੀਂ ਉੱਥੇ ਗੱਲ ਕਰੋ। ਪੰਜਾਬ ਵਿੱਚ ਬਿਆਨ ਦੇਣਾ ਜਿਵੇਂ ਅਕਾਲੀ ਉਹ ਮੁਜ਼ਾਹਰਾ ਕਰਨ ਜਾਂਦੇ ਜਾਂਦੇ ਦਿੱਲੀ ਨੂੰ ਤੇ ਚੰਡੀਗੜ੍ਹ ਨੂੰ ਪਹੁੰਚ ਗਏ ਸੀ। ਸੋ ਅਸਲੀ ਜਿਹੜਾ ਮੁੱਦਾ ਹੈ ਉਹ ਉਹੀ ਹੈ। ਬੱਸਾਂ ਚਲਾਈਆਂ ਨੇ, ਸਵਾਗਤਯੋਗ ਹੈ, ਸ਼ਲਾਘਾਯੋਗ ਹੈ, ਪਰ ਇਹਦੇ ਤੇ ਬਹੁਤ ਕਰੜੀ ਨਜ਼ਰ ਰੱਖਣੀ ਪਏਗੀ। ਬੱਸਾਂ ਤੇ ਬਹੁਤ ਉਣਤਾਈਆਂ ਬਹੁਤ ਛੇਤੀ ਆ ਜਾਂਦੀਆਂ ਨੇ, ਨਵੀਆਂ ਬੱਸਾਂ ਬਹੁਤ ਕੁਝ ਹੋਰ ਇਸ ਤਰ੍ਹਾਂ ਦਾ ਬੜੀ ਛੇਤੀ ਹੁੰਦਾ ਤੇ ਉਹਨਾਂ ਦੀ ਹਾਲਤ ਇਸ ਤਰ੍ਹਾਂ ਦੀ ਹੋ ਜਾਂਦੀ ਹੈ ਥੋੜ੍ਹੇ ਸਾਲਾਂ 'ਚ ਕਿ ਦੇਖ ਕੇ ਹਾਸਾ ਆਉਂਦਾ ਜੀ। ਪੰਜਾਬ ਦੇ ਮੁੱਦਿਆਂ ਦੀ ਲਿਸਟ ਬੜੀ ਲੰਬੀ ਹੈ, ਪਰ ਅੱਜ ਦਾ ਪ੍ਰੋਗਰਾਮ ਇੱਥੇ ਹੀ ਖਤਮ ਕਰ ਦਿੰਦੇ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਟੂਡੀਓ 'ਚ ਆਏ। ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਤੁਸੀਂ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਉਹ ਫੀਡਬੈਕ ਸਾਨੂੰ ਅੱਗੇ ਹੋਰ ਚੰਗਾ ਕੰਮ ਕਰਨ ਲਈ ਪ੍ਰੇਰਿਤ ਕਰਦੀ ਹੈ। ਸੋਮਵਾਰ ਨੂੰ ਫਿਰ ਨਵੇਂ ਮੁੱਦਿਆਂ ਦੇ ਨਾਲ ਹਾਜ਼ਰੀ ਭਰਾਂਗੇ। ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ ਜੀ ਪੰਜਾਬੀ ਨੈਸ਼ਨਲ TV ਦੇ ਨਾਲ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।